ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ 90.8 ਮੈਗਾਹਰਟਜ਼ FM ਕਮਿਊਨਿਟੀ ਰੇਡੀਓ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ। ਸ਼ੋਅ ਚੱਲ ਰਿਹਾ ਕਰੀਅਰ ਅਵੇਅਰਨੈਸ ਤੇ ਅੱਜ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਸਟੂਡੀਓ ਪਹੁੰਚੇ ਨੇ ਇੱਕ ਐਸੀ ਸ਼ਖਸੀਅਤ ਬਿਜ਼ਨਸਮੈਨ ਜਿਨ੍ਹਾਂ ਨੇ ਆਪਣਾ ਇੱਕ ਦੁਬਈ ਦੇ ਵਿੱਚ ਬਿਜ਼ਨਸ ਰਨ ਕਰ ਰਹੇ ਨੇ। ਸੋ ਸਰ, ਸਭ ਤੋਂ ਪਹਿਲੇ ਤੁਹਾਡਾ ਬਹੁਤ-ਬਹੁਤ ਸਵਾਗਤ ਕਿ ਤੁਸੀਂ ਆਪਣਾ ਪ੍ਰੈਸ਼ੀਅਸ ਟਾਈਮ ਕੱਢ ਕੇ ਸਾਡੇ ਸਟੂਡੀਓ ਵਿੱਚ ਆਏ ਹੋ। ਥੈਂਕ ਯੂ ਸਰ ਜੀ, ਥੈਂਕ ਯੂ ਸੋ ਮਚ। ਐਂਡ ਸਰ ਮੇਨ ਹੈ ਕਿ ਸਭ ਤੋਂ ਵੱਡੀ ਗੱਲ ਕਿ ਸਰ ਸਾਡੇ ਜੀਐਨਈ ਦੇ ਹੀ ਪਾਸ ਆਊਟ ਨੇ ਸਰ। 2012 ਦੇ ਵਿੱਚ ਤੁਸੀਂ ਕੰਪਲੀਟ ਕੀਤੀ ਹੈ ਨਾ? ਹਾਂਜੀ ਸੋ ਸਾਡੇ ਲਈ ਬਹੁਤ ਹੀ ਵੱਡੀ ਗੱਲ ਹੈ ਕਿ ਤੁਸੀਂ ਦੁਬਈ ਦੇ ਵਿੱਚ ਵੀ ਜੀਐਨਈ ਦਾ ਨਾਮ ਰੋਸ਼ਨ ਕਰ ਰਹੇ ਹੋ। ਜੀ ਬਿਲਕੁਲ, ਥੈਂਕ ਯੂ ਸੋ ਆਪਾਂ ਗੱਲਾਂ ਬਾਤਾਂ ਤਾਂ ਕਰਦੇ ਆ, ਪ੍ਰੋਫੈਸ਼ਨਲ ਲਾਈਫ 'ਚ ਤਾਂ ਐਂਟਰ ਹੁੰਦੇ ਆ। ਪਹਿਲੇ ਤਾਂ ਯਾਦਾਂ ਕਿ ਤੁਸੀਂ ਦੁਬਈ ਤੋਂ ਇੰਡੀਆ ਆਏ, ਹਰ ਇੱਕ ਨੂੰ ਬਹੁਤ ਚਾਹ ਹੁੰਦਾ ਹੈ ਕਿ ਯਾਰ ਆਪਣੇ ਆਪਾਂ ਮੁਲਕ ਜਾਣਾ ਹੈ, ਸਪੈਸ਼ਲੀ ਪੰਜਾਬ ਲੁਧਿਆਣਾ। ਤੇ ਅੱਜ ਤੁਸੀਂ ਜੀਐਨਈ ਦੇ ਵਿੱਚ ਆਏ ਹੋ ਜਿੱਥੇ ਆਪਾਂ ਯਾਰਾਂ ਨਾਲ ਖੇਡੇ, ਪੜ੍ਹੇ, ਸਿੱਖੇ। ਤੇ ਸਰ ਤੁਹਾਨੂੰ ਅੱਜ ਕਿਵੇਂ ਦਾ ਲੱਗ ਰਿਹਾ ਜੀਐਨਈ ਨੂੰ ਦੇਖ ਕੇ? ਜੀਐਨਈ ਆ ਕੇ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ। ਔਰ ਜਦੋਂ ਵੀ ਆਪਾਂ ਇੰਡੀਆ ਆਨੇ ਆ, ਪੰਜਾਬ ਆਨੇ ਆ ਜਾਂ ਲੁਧਿਆਣੇ ਆਨੇ ਆ, ਬਿਕੋਜ਼ ਮੈਂ ਲੁਧਿਆਣੇ ਹੀ ਰਹਿਣਾ। ਬਟ ਜਿੱਦਾਂ ਹੀ ਆ ਨਹਿਰ ਤੋਂ ਬਾਅਦ ਰਸਤਾ ਸਟਾਰਟ ਹੁੰਦਾ ਤੇ ਪੁਰਾਣੀ ਯਾਦਾਂ ਦੁਬਾਰਾ ਚਾਲੂ ਹੋ ਜਾਂਦੀਆਂ ਨੇ। ਚਾਹੇ ਉਹ ਲੈਫਟ ਸਾਈਡ ਹੈ ਚਾਹੇ ਰਾਈਟ ਸਾਈਡ ਦੇਖ ਕੇ ਸਾਰਾ ਕੁਝ। ਔਰ ਜਦੋਂ ਗੇਟ ਤੇ ਐਂਟਰ ਕਰੀਦਾ ਜਾਂ ਆਪਣੇ ਡਿਪਾਰਟਮੈਂਟ ਜਾਈਦਾ, ਅੱਜ ਵੀ ਲੱਗਦਾ ਕਿ ਕਲਾਸ ਲਾਣ ਆਏ ਆ। ਤੇ ਅੱਜ ਵੀ ਲੱਗਦਾ ਕਿ ਆਪਣੇ ਪੁਰਾਣੇ ਯਾਰ ਮਿੱਤਰ ਇੱਥੇ ਮਿਲਣਗੇ ਆਪਾਂ ਨੂੰ। ਔਰ ਕਿਉਂਕਿ ਪ੍ਰੋਫੈਸਰ ਸਾਰੇ ਪੁਰਾਣੇ ਆਪਾਂ ਨੂੰ ਅੱਜ ਵੀ ਇੱਥੇ ਹੈਗੇ ਨੇ। ਅੱਜ ਵੀ ਲੱਤਾਂ ਕੰਬਦੀ ਉਹਨਾਂ ਸਾਹਮਣੇ ਜਾ ਕੇ। ਚਾਹੇ ਲਾਈਫ 'ਚ ਜਿੱਥੇ ਮਰਜ਼ੀ ਪਹੁੰਚ ਜਾਓ, ਲੇਕਿਨ ਜੋ ਆਪਣੇ ਜੀਐਨਈ ਵਿੱਚ ਆ ਕੇ ਆਪਾਂ ਨੂੰ ਸਕੂਨ ਮਿਲਦਾ ਹੈ ਉਹ ਬਾਹਰ ਕਿਤੇ ਨਹੀਂ ਮਿਲਦਾ। ਬਿਲਕੁਲ, ਹੁਣ ਅਸੀਂ ਵੀ ਜਦੋਂ ਕਹੀਏ ਸਕੂਲ ਆਪਾਂ ਦੇਖਦੇ ਹਾਂ, ਜਿਵੇਂ ਮੈਂ ਜੀਐਨਪੀਐਸ ਤੋਂ ਪੜ੍ਹਿਆ ਲੁਧਿਆਣੇ ਤੋਂ, ਤਾਂ ਇੱਕ ਅਲੱਗ ਜੀ ਵਾਈਬ ਆਉਂਦੀ ਹੈ। ਭਾਵੇਂ ਉੱਥੇ ਡਾਂਟ ਪਈ ਕੁਛ ਉਹਦਾ ਬੋਝ ਲੱਗਦਾ ਹੈ, ਬਟ ਜਦੋਂ ਆਪਾਂ ਦੂਜੀ ਲਾਈਫ ਤੋਂ ਨਿਕਲ ਜਾਈਏ, ਸਕੂਲ ਲਾਈਫ ਨਿਕਲ ਕੇ, ਹੁਣ ਸਾਨੂੰ ਲੱਗਦਾ ਯਾਰ ਸਕੂਲ ਵਧੀਆ ਸੀ। ਬਿਲਕੁਲ, ਉਹੀ ਕਾਲਜ ਤੋਂ ਨਿਕਲਾਂਗੇ ਫਿਰ ਕਹਾਂ ਬਿਜ਼ਨਸ ਜਾ ਰਹੇ ਹਾਂ, ਜੌਬ ਕਰ ਰਹੇ ਹਾਂ, ਬਟ ਕਾਲਜ ਤਾਂ ਰਹਿੰਦਾ ਹੀ ਹੈ। ਕਾਲਜ ਬੈਸਟ ਹੈ। ਬਿਲਕੁਲ। ਤੇ ਕੋਈ ਕਿੱਸਾ ਮਤਲਬ ਤੁਸੀਂ ਜੀਐਨਈ ਜਿਵੇਂ ਕੀ ਲਾਈਫ ਰਹਿੰਦੀ ਸੀਗੀ, ਤੁਹਾਡਾ ਰੂਟੀਨ? ਤੁਸੀਂ ਲੁਧਿਆਣੇ 'ਚ ਹੀ ਸੀਗੇ? ਮੈਂ ਲੁਧਿਆਣੇ 'ਚ ਸੀ, ਡੇ ਸਕੋਲਰ ਸੀ। ਠੀਕ ਹੈ। ਹਾਂਜੀ। ਤੇ ਬਟ ਮੇਰੇ ਪੇਰੈਂਟਸ ਇੱਥੇ ਨਹੀਂ ਸੀ। ਉਹ ਇੱਕ ਤਰ੍ਹਾਂ ਦਾ ਮੈਂ ਮਤਲਬ ਮੈਨੂੰ ਡੇ ਸਟਾਲਰ ਕਹਿੰਦੇ ਸੀ। ਓਕੇ, ਡੇ ਸਟਾਲਰ ਤੁਹਾਡੇ। ਠੀਕ ਹੈ। ਕਿਉਂਕਿ ਮੇਰਾ ਘਰ ਇੱਥੇ ਹੈ ਬਟ ਪੇਰੈਂਟਸ ਕਪੂਰਥਲਾ ਰਹਿੰਦੇ ਸੀ, ਰੇਲ ਕੋਚ ਫੈਕਟਰੀ। ਠੀਕ ਹੈ। ਹਾਂ, ਸਾਡੇ ਵੀ ਤਾਂ ਬਹੁਤ ਸਟੂਡੈਂਟਸ ਆਏ ਆ ਰੇਲ ਕੋਚ ਫੈਕਟਰੀ ਦੇ ਨਾ, ਆਈਟੀ ਦੇ ਨਾ। ਉਹਨਾਂ ਦਾ ਕੋਈ ਕੋਟਾ ਵਗੈਰਾ ਵੀ ਹੈਗਾ ਇੱਥੇ। ਠੀਕ ਹੈ। ਤੇ ਹੁਣ ਆਪਾਂ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰਦੇ ਹਾਂ। ਬੀਟੈਕ ਤੋਂ ਬਾਅਦ ਹੁੰਦਾ ਹੈ ਕਿ ਆਲ ਆਰ ਅਪਲਾਈਂਗ ਫॉर ਜੌਬਸ। ਹਰ ਇੱਕ ਨੂੰ ਹੁੰਦਾ ਕਿ ਆਪਾਂ ਕਾਲਜ ਦੀ ਪਲੇਸਮੈਂਟ ਲੈਣੀ ਹੈ। ਤੁਹਾਡਾ ਕੀ ਵਿਚਾਰ ਸੀ ਉਦੋਂ? ਤੁਸੀਂ ਕੀ ਕੀਤਾ? ਓਨੈਸਟਲੀ ਸਪੀਕਿੰਗ ਮੇਰਾ ਵੀ ਇਹੀ ਸੀ ਇਨੀਸ਼ੀਅਲੀ ਕਿ ਜੌਬ ਹੀ ਲੈਣੀ ਹੈ। ਬਟ ਥਰਡ ਈਅਰ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਕਿ ਇਟਸ ਨਾਟ ਦੈਟ ਈਜ਼ੀ, ਐਂਡ ਸਪੈਸ਼ਲੀ ਮੈਂ ਇਹ ਬ੍ਰਾਂਚ ਚੂਜ਼ ਕੀਤੀ ਸੀ ਬਿਕੋਜ਼ ਮੈਂ ਕੋਰ 'ਚ ਰਹਿਣਾ ਚਾਹੁੰਦਾ ਸੀ ਆਪਣੀ ਲਾਈਫ 'ਚ। ਸ਼ੁਰੂ ਤੋਂ ਹੀ ਮੈਨੂੰ ਇੰਟਰਸਟ ਸੀ ਆਪਣੀ ਫੀਲਡ ਵਿੱਚ। ਇਲੈਕਟ੍ਰੀਕਲ ਦੇ ਨਾਲ ਮੈਨੂੰ ਕਾਫੀ ਇੰਟਰਸਟ ਸੀ ਤੇ ਮੈਂ ਇਹ ਲਾਈਨ ਤਾਂ ਹੀ ਚੂਜ਼ ਕੀਤੀ ਸੀ। ਬਟ ਯੈਸ, ਇਨ ਇੰਡੀਆ ਆਲਸੋ ਮੈਂ ਸੀਮੈਂਸ ਵਿੱਚ ਟ੍ਰੇਨਿੰਗ ਕੀਤੀ ਸੀ ਇਨ ਦ ਫਾਈਨਲ ਈਅਰ। ਓਕੇ, ਇਨ ਦ ਫਾਈਨਲ ਸੀਮੈਂਸ ਨਾਸਿਕ। ਓਕੇ। ਐਂਡ ਉੱਥੇ ਮੈਂ ਪਲੇਸ ਹੋ ਗਿਆ ਸੀ। ਓਕੇ, ਆਫਟਰ ਟ੍ਰੇਨਿੰਗ। ਬਟ ਸਮਹਾਉ ਆਈ ਰੀਚ ਆਊਟ ਟੂ ਦੁਬਈ। ਮੈਂ ਸਿਰਫ ਘੁੰਮਣ ਗਿਆ ਸੀ ਉੱਥੇ। ਮੈਂ ਕੋਈ ਉੱਥੇ ਸੈਟਲ ਹੋਣ ਨਹੀਂ ਗਿਆ ਸੀ। ਅੱਛਾ। ਆਈ ਜਸਟ ਵੈਂਟ ਫॉर ਅ ਟੂਰਿਸਟ ਟ੍ਰਿਪ। ਐਂਡ ਉੱਥੇ ਜਾ ਕੇ ਇੰਨਾ ਅੱਛਾ ਲੱਗਿਆ ਮੈਨੂੰ ਕਿ ਇੱਦਾਂ ਹੀ ਮੈਂ ਇੱਕ ਇੰਟਰਵਿਊ ਦਿੱਤੀ। ਇਲੈਕਟ੍ਰੀਕਲ ਦੀ ਜੌਬ ਦੀ ਓਪਨਿੰਗ ਸੀ ਉੱਥੇ। ਓਕੇ। ਐਂਡ ਆਈ ਗॉट ਸਿਲੈਕਟਡ। ਇਟ ਵਾਸ the only interview I gave in my life till now. First interview and I got selected. And ਉਸ ਤੋਂ ਬਾਅਦ ਉਸ ਕੰਪਨੀ 'ਚ ਮੈਂ 5 ਸਾਲ ਜੌਬ ਕੀਤੀ। Okay. And then after I started my own company. And now it's like 6th year for my company. 6th year. ਠੀਕ ਹੈ, ਠੀਕ ਹੈ। ਮਤਲਬ ਤੁਸੀਂ ਆਪਣਾ ਪਲੇਸਮੈਂਟ ਨਹੀਂ ਲਈ ਸੀ, ਟ੍ਰੇਨਿੰਗ ਕੀਤੀ ਸੀ। ਹਾਂਜੀ। ਦੈਨ ਤੁਸੀਂ ਘੁੰਮਣ ਗਏ, ਇੰਟਰਵਿਊ ਦਿੱਤੀ, ਤੁਹਾਨੂੰ ਉੱਥੇ ਜੌਬ ਮਿਲੀ। ਬਿਲਕੁਲ। ਜੀਐਨਈ ਵਿੱਚ ਮੈਂ ਤੁਹਾਨੂੰ ਇਹੀ ਦੱਸਾਂਗਾ ਕਿ ਬਿਕੋਜ਼ ਆਪਾਂ ਕਹਿੰਦੇ ਨਾ ਕਿ ਕਾਲਜ ਤਾਂ ਬਹੁਤ ਨੇ ਬਟ ਜਿਹੜਾ ਐਕਸਪੀਰੀਅੰਸ ਹੈ, ਐਕਸਪੀਰੀਅੰਸ ਹੋਲਡਰ ਟੀਚਰਸ, ਪ੍ਰੋਫੈਸਰ, ਤੁਹਾਡੇ ਸਾਰੇ ਜਿੰਨੇ ਵੀ ਸਟਾਫ ਹੈ, ਉਹ ਹਰ ਜਗ੍ਹਾ ਨਹੀਂ ਮਿਲਣਗੇ ਤੁਹਾਨੂੰ। ਇੱਥੇ ਜੋ ਐਕਸਪੀਰੀਅੰਸ ਹੈ ਨਾ, ਇਹ ਤੁਹਾਨੂੰ ਲਾਈਫ 'ਚ ਬਹੁਤ ਜਗ੍ਹਾ ਕੰਮ ਆਉਂਦਾ ਹੈ। ਜੋ ਤੁਹਾਨੂੰ ਇੱਥੇ ਮੈਂਟਰਸ਼ਿਪ ਮਿਲਦੀ ਹੈ ਉਹ ਹਰ ਜਗ੍ਹਾ ਸ਼ਾਇਦ ਮੈਨੂੰ ਤਾਂ ਲੱਗਦਾ ਕਿ ਨਹੀਂ ਮਿਲ ਸਕਦੀ। ਮੇਨ ਹੈ ਕਿ ਜੀਐਨਈ ਦੇ ਨਾਲ ਬੱਚਾ ਰੂਟਸ ਨਾਲ ਜੁੜਿਆ ਰਹਿੰਦਾ ਔਰ ਹਰ ਪੱਖੋਂ ਡਿਵੈਲਪ ਕਰਦਾ ਹੈ, ਨਾਟ ਓਨਲੀ ਅਕੈਡਮਿਕਲੀ। ਬਿਕੋਜ਼ ਮੈਂ ਆਪਣੇ ਟਾਈਮ ਤੇ ਇੱਥੇ ਕਲੱਬ ਹੈ SAI, ਮੈਂ ਉਹਦਾ ਕਨਵੀਨਰ ਸੀ। ਓਕੇ। I was convener in my 4th year. ਤੇ 3rd year 'ਚ ਮੈਂ ਉਹਦਾ co-convener ਵੀ ਸੀ। So I was doing all the activities here also. ਉਹ ਮੈਨੂੰ ਕਾਫੀ ਸ਼ੁਰੂ ਤੋਂ ਸ਼ੌਂਕ ਸੀ। ਸਾਡੇ ਟਾਈਮ ਦੇ ਜੈਨੇਸਿਸ ਸੀ। I don't know ਹੁਣ ਉਹਦਾ ਨਾਮ ਕੀ ਹੈ। ਕਲਚਰ ਸਾਡੇ ਇੱਥੇ ਆਨੰਦ ਉਤਸਵ ਹੁੰਦੇ ਆ, ਪਿੱਛੇ ਜੋ ਕਿ ਹਟਿਆ ਹੈ। ਹਾਂ, ਸਾਡੇ ਟਾਈਮ ਤੇ ਜੈਨੇਸਿਸ ਸੀ। ਓਕੇ। So we used to ਇਵੈਂਟ ਪਲਾਨ ਕਰਨੇ, ਆਰਗੇਨਾਈਜ਼ ਕਰਨੇ, ਸਾਰਾ ਆਪਾਂ ਉੱਥੇ ਬਹੁਤ ਅੱਛਾ ਇੱਥੇ ਟਾਈਮ ਕੱਢਿਆ। ਮਤਲਬ ਅਸੀਂ ਵੀ ਇਸ ਫੇਸ 'ਚ ਵੀ ਲੰਘ ਰਹੇ ਹਾਂ। ਪੜ੍ਹਾਈ ਦੇ ਨਾਲ ਇਹ ਚੀਜ਼ ਮਤਲਬ ਸਾਨੂੰ ਇੱਕ ਕਬੀਲਦਾਰੀ ਸਿਖਾਉਂਦੀ ਹੈ। ਇਹ ਚੀਜ਼ ਜੇ ਤੁਸੀਂ ਸਿੱਖ ਲਈ ਨਾ, ਤੁਹਾਨੂੰ
ਲਾਈਫ ਦੀ ਜਿਹੜੀ ਹੁੰਦੀ ਨਾ ਇੱਕ ਬੱਚੇ ਦੇ ਅੰਦਰ ਟੈਨਸ਼ਨ ਹੁੰਦੀ ਹੈ ਕਿ ਮੈਂ ਸੈੱਟ ਹੋਣਾ ਹੈ ਜਾਂ ਮੈਂ ਜੌਬ ਲੈਣੀ ਹੈ, ਉਹ ਨਿਕਲ ਜਾਂਦੀ ਹੈ। ਆਲਵੇਜ਼ ਥਿੰਕ ਕਿ ਕੋਈ ਗੱਲ ਨਹੀਂ, ਦੇਖ ਲਾਂਗੇ। ਬਿਲਕੁਲ ਸਹੀ ਹੈ। ਔਰ ਸਹੀ ਟਾਈਮ ਤੇ ਹਰ ਚੀਜ਼ ਦੇਖੀ ਜਾਂਦੀ ਹੈ। ਜੇ ਤੁਸੀਂ ਪੋਜ਼ਿਟਿਵ ਐਟੀਟਿਊਡ ਲੈ ਕੇ ਚੱਲੋ, ਹਰ ਚੀਜ਼ ਤੁਹਾਡੇ ਹਿਸਾਬ ਨਾਲ ਹੋ ਜਾਂਦੀ ਹੈ। 10% ਸਾਡੇ ਸਾਹਮਣੇ ਹੁੰਦੀ ਹੈ, 90% ਤਾਂ ਲਾਈਫ ਨੇ ਆਬਸਟੈਕਲ ਸੁੱਟਨੇ ਆ ਤੇ ਆਪਾਂ ਡੀਲ ਕਰਨੇ ਆ। ਆਪਾਂ ਸੋਚ ਕੇ ਚੱਲਾਂਗੇ ਇੰਨੇ ਤੋਂ ਇੰਨੇ ਇਹ ਕਰਨਾ ਹੈ, ਬਟ ਉਹ ਹੋਏਗਾ ਨਹੀਂ। ਬਸ ਜੋ ਤੁਸੀਂ ਹੋਏਗਾ ਕੋਸ਼ਿਸ਼ ਰਹੋ, ਪ੍ਰੈਜ਼ੈਂਟ ਨੂੰ ਸੰਭਾਲੋ, ਫਿਊਚਰ ਆਪਣੇ ਆਪ ਹੀ ਫਿਊਚਰ ਹੋਏਗਾ। ਆਪਣੇ ਆਪ ਹੋ ਜਾਏਗਾ। ਬਿਲਕੁਲ ਠੀਕ ਹੈ। ਤੇ ਆਪਾਂ ਗੱਲ ਕਰੀਏ ਤਾਂ ਦੁਬਈ, ਹਾਂਜੀ। ਤੁਸੀਂ ਗਏ ਉੱਧਰ, ਤੁਹਾਨੂੰ ਵਧੀਆ ਸਿਟੀ ਲੱਗੀ, ਤੇ ਮਤਲਬ ਤੁਸੀਂ ਉੱਥੇ ਕੁਝ ਸੋਚਿਆ ਸੀ ਕਿ ਮੈਂ ਉੱਥੇ ਐਵੇਂ ਬਿਜ਼ਨਸ ਸਟਾਰਟ ਕਰਨਾ ਹੈ? ਨਹੀਂ, ਮੈਂ ਕਦੀ ਨਹੀਂ ਸੋਚਿਆ ਸੀ। ਬਟ ਮੇਰਾ ਜਿਹੜਾ ਲਾਈਫ ਸਟਾਈਲ ਸੀ ਸ਼ੁਰੂ ਤੋਂ, ਐਕਚੁਅਲੀ ਮੈਂ ਤਾਂ ਵੈਸੇ ਬਿਲਕੁਲ ਹੀ ਪਿਓਰਲੀ ਸਰਵਿਸ ਬੈਕਗ੍ਰਾਉਂਡ ਤੋਂ ਹਾਂ। ਸਾਡੇ ਪੂਰੇ ਖਾਨਦਾਨ 'ਚ ਮੈਂ ਸ਼ਾਇਦ ਪਹਿਲਾ ਬਿਜ਼ਨਸਮੈਨ ਹਾਂ। ਤੇ ਬਟ ਮੈਨੂੰ ਓਬਵੀਅਸਲੀ ਲੱਗਦਾ ਸੀ ਕਿ ਮੈਂ ਚੇਂਜ ਕਰਨਾ ਹੈ ਕੁਝ ਲਾਈਫ 'ਚ, ਕੁਝ ਨੈਕਸਟ ਲੈਵਲ ਤੇ ਜਾਣਾ ਹੈ। ਤੇ ਮੈਂ ਦੁਬਈ 'ਚ 5 ਸਾਲ ਜੌਬ ਕੀਤੀ ਇੱਕੋ ਕੰਪਨੀ 'ਚ। ਯੂਜੂਅਲੀ ਉੱਥੇ ਟ੍ਰੈਂਡ ਹੈ, ਲੋਕੀ 6 ਮਹੀਨੇ ਸਾਲ ਬਾਅਦ ਚੇਂਜ ਕਰ ਲੈਂਦੇ ਨੇ ਟੂ ਜੰਪ ਐਂਡ ਆਲ। ਬਟ ਮੈਨੂੰ ਇੰਨਾ ਜੰਪ ਮਿਲਿਆ ਨਹੀਂ, ਬਟ ਮੈਂ ਹਾਂ ਸਟੇਬਿਲਿਟੀ ਰੱਖੀ ਆਪਣੀ ਲਾਈਫ 'ਚ। ਬਟ ਮੈਂ ਸਿੱਖਿਆ ਬਹੁਤ ਕੁਝ, ਐਂਡ ਉਹੀ ਮੈਨੂੰ ਬੈਨੀਫਿਟ ਰਿਹਾ ਕਿ ਮੈਂ ਆਪਣਾ ਕੰਮ ਸਟਾਰਟ ਕਰਨ 'ਚ ਮੇਰੇ ਲਈ ਕਾਫੀ ਈਜ਼ੀ ਸੀ। ਐਂਡ ਆਈ ਟੁਕ ਅ ਹਾਰਡ ਡਿਸੀਜਨ। ਇਟਸ ਨਾਟ ਈਜ਼ੀ ਟੂ ਸ਼ਿਫਟ when especially when you don't have a backup ਬਿਲਕੁਲ, ਨਾਲੇ ਦੇਸ਼ ਛੱਡ। correct, and they shut it, but हाँ starting ਚ struggle ਬਹੁਤ ਰਿਹਾ, but yes it was good, the journey was good। ਲਾਈਕ ਦੁਬਈ ਤਾਂ ਕਹੀਏ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਨਾਲ ਡਿਫਰੈਂਟ ਹੈ। ਉੱਥੇ ਘੱਟ ਪੋਪੂਲੇਸ਼ਨ ਜਾਂਦੀ ਹੈ, ਆਪਣੇ ਪੰਜਾਬੀ ਘੱਟ ਨੇ ਜਿਹੜੇ ਬਹੁਤ ਜਾਂਦੇ ਵੀ ਨੇ, ਲਾਈਕ ਉਹ ਥੋੜਾ ਜਿਹਾ ਲੇਬਰ ਟਾਈਪ ਜਾਂਦੇ ਜ਼ਿਆਦਾ। ਬਿਲਕੁਲ ਸਹੀ ਹੈ। ਬਿਜ਼ਨਸ ਸ਼ੇਖਾਂ ਦੀ ਕੰਟਰੀ 'ਚ ਆਪਣਾ ਸਟਾਰਟ ਕਰਨਾ ਇੱਕ ਵੱਡੀ ਗੱਲ ਹੈ। ਬਿਲਕੁਲ ਬਹੁਤ ਰੇਅਰ ਨੇ ਉੱਥੇ, Yeah. ਘੱਟ ਨੇ ਪੰਜਾਬੀ ਜਿਹੜੇ ਆਪਣੇ ਬਿਜ਼ਨਸ ਵਗੈਰਾ ਕਰਦੇ ਨੇ। ਮੋਸਟਲੀ ਆਪਣੇ ਪੰਜਾਬੀ ਸਾਰੇ ਉਸ ਕੰਟਰੀਜ਼ ਜਾਂਦੇ ਜਿੱਥੇ ਯੂ نو ਸਿਟੀਜ਼ਨਸ਼ਿਪ ਵਗੈਰਾ ਮਿਲੇ। ਬਿਲਕੁਲ। ਦੁਬਈ 'ਚ ਉਹ ਦੁਬਈ 'ਚ ਉਹ ਚੀਜ਼ ਚੀਜ਼ ਨਹੀਂ ਹੈ। ਬਟ ਮੈਂ ਤੁਹਾਨੂੰ ਦੱਸਿਆ ਮੇਰਾ ਸ਼ੁਰੂ ਤੋਂ ਫੋਕਸ ਇੰਡੀਆ ਛੱਡਣ ਦਾ ਨਹੀਂ ਸੀ। ਓਕੇ। ਮਤਲਬ ਮੈਨੂੰ ਕਾਫੀ ਪਿਆਰ ਹੈ ਆਪਣੇ ਦੇਸ਼ ਨਾਲ, ਆਪਣੇ ਪੰਜਾਬ ਨਾਲ, ਤੇ ਮੈਂ ਹਮੇਸ਼ਾ ਇੱਥੇ ਜੁੜ ਕੇ ਰਹਿਣਾ ਚਾਹੁੰਦਾ ਸੀ। ਤਾਂ ਕਰਕੇ ਇੱਕ ਉਹ ਵੀ ਪੁਆਇੰਟ ਸੀ ਕਿ ਮੈਨੂੰ ਐਸੀ ਚਲੋ 2.5 ਘੰਟੇ ਦੀ ਫਲਾਈਟ 'ਚ ਬੰਦਾ ਜਦੋਂ ਮਰਜ਼ੀ ਆ ਜਾ ਸਕਦਾ ਹੈ। ਦਿੱਲੀ ਨਾਲੋਂ ਨੇੜੇ ਹਾਂ, ਦਿੱਲੀ ਨਾਲ ਨੇੜੇ। ਇੱਥੇ ਤਾਂ ਹਾਂ। ਚਲੇ ਜਾਈਏ ਆਪਾਂ ਬੰਗਲੌਰ, ਦਿੱਲੀ, ਹਾਂਜੀ। ਉੱਥੇ ਤਾਂ ਬਹੁਤ ਟਾਈਮ ਲੱਗ Time ਜਾਂਦਾ, ਆਉਂਦਾ ਵੀ ਨਹੀਂ। ਹਾਂ। ਨਾਲੇ ਉੱਥੇ ਇਹ ਹੈ ਕਿ ਚੱਲ ਬੰਦਾ ਅੱਛਾ ਫੋਰਨ ਸੈੱਟ ਹੈ। ਕਈ ਵਾਰ ਇਦਾਂ ਮਾਂ-ਪਿਓ ਲਈ ਵੀ ਹੋਇਆ ਹੁੰਦਾ। ਕਈ ਵਾਰ ਇਦਾਂ ਹੋਇਆ ਕਿ ਮੈਂ ਆਪਣੇ ਦੋਸਤਾਂ ਨੂੰ, ਆਪਣੀ ਫੈਮਿਲੀ ਨੂੰ ਸਰਪ੍ਰਾਈਜ਼ ਵੀ ਦਿੱਤੇ ਆ ਕੇ ਇੱਥੇ। ਬਿਲਕੁਲ। ਤੋ ਇੱਕ ਪੋਸੀਬਲ ਹੈ ਜੇ ਤੁਸੀਂ ਮਤਲਬ ਦੁਬਈ ਵਰਗੇ ਸਿਟੀ ਸਹੀ। 'ਚ ਹੋ। ਨਾਲੇ ਮਾਪਿਓ ਲਈ ਵੀ ਮਾਣ ਵਾਲੀ ਗੱਲ ਹੁੰਦੀ ਹੈ। ਬਿਲਕੁਲ। ਚਲੋ ਮਾਪਿਓ ਆਪਣੇ ਕੋਲ ਰੱਖਣਾ ਚਾਹੁੰਦੇ, ਬਟ ਫਰਸਟ ਹਾਂ। ਪ੍ਰੈਫਰੈਂਸ ਹੁੰਦੀ ਹੈ ਕਿ ਬੱਚਾ ਸਾਡਾ ਸੈੱਟ ਹੋ ਜਾਏ। ਬਿਲਕੁਲ ਸਹੀ ਹੈ। ਬਿਲਕੁਲ। ਤੇ ਮਤਲਬ ਤੁਹਾਡਾ ਵੀ ਐ ਕੋਈ ਪਲਾਨ ਨਹੀਂ ਸੀਗਾ ਕਿ ਮੈਂ ਦੁਬਈ ਸੈੱਟ ਹੋਣਾ? ਨਹੀਂ। ਆਪਾਂ ਤੁਸੀਂ ਵਿਜ਼ਿਟ ਕਰਨ ਗਏ ਸੀ, ਤੁਹਾਨੂੰ ਵਧੀਆ ਲੱਗ ਗਿਆ? ਮੈਂ ਆਫਟਰ GNDC ਆਈ ਵਾਸ ਪ੍ਰੀਪੇਅਰਿੰਗ ਫॉर ਮਾਈ ਗੇਟ ਐਗਜ਼ਾਮ ਗੇਟ ਐਗਜ਼ਾਮ ਇਨ ਦਿੱਲੀ। ਓਕੇ। ਮੇਰੀ ਸਾਰੀ ਕੋਚਿੰਗ ਪੂਰੀ ਹੋ ਚੁੱਕੀ ਸੀ। ਆਈ ਵਾਸ ਇਨ ਮੇਡ ਈਜ਼ੀ, ਓਕੇ। ਐਂਡ ਫੈਬ 'ਚ ਮੇਰਾ ਐਗਜ਼ਾਮ ਸੀ, ਬਟ ਅਕਤੂਬਰ 'ਚ ਮੇਰਾ ਦੁਬਈ ਦਾ ਟ੍ਰਿਪ ਲੱਗ ਗਿਆ। ਟ੍ਰਿਪ ਲੱਗ ਗਿਆ। ਬਸ ਉਹ ਟ੍ਰਿਪ ਹੀ ਲੱਗ ਗਿਆ ਤੇ ਅੱਜ ਤੱਕ ਟ੍ਰਿਪ ਹੀ ਲੱਗ ਰਿਹਾ। ਹਾਂ ਬਿਲਕੁਲ। ਨਹੀਂ, ਬਿਜ਼ਨਸ ਤੇ ਜੌਬ 'ਚ ਫਰਕ ਤਾਂ ਬਹੁਤ ਹੁੰਦਾ ਹੈ। ਕੁਝ ਕਿਸਮਤ ਕਹਿੰਦੇ ਆ ਕਿ ਲਿਖਿਆ ਹੁੰਦਾ ਜਿੱਥੇ ਇਨਸਾਨ ਨੇ ਵੀ ਉੱਥੇ ਜਾਣਾ ਹੀ ਜਾਣਾ, ਉਹ ਬਿਲਕੁਲ। ਕਿਸਮਤ ਆਪੇ ਲੈ ਜਾਂਦੀ ਹੈ। ਹੁਣ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਉੱਥੇ ਜਾਣਾ, ਬਟ ਤੁਸੀਂ ਐਕਸੈਪਟ ਕਰੋ ਉਸ ਚੀਜ਼ ਨੂੰ ਤੇ ਉਹਨੂੰ ਉੱਥੇ ਮਿਹਨਤ ਕਰੋ ਤੇ ਡੈਫੀਨਿਟਲੀ ਤੁਸੀਂ ਅੱਗੇ ਵਧਦੇ ਹੋ। ਤੇ ਕੁਛ ਨਾ ਆਪਾਂ ਕੁਛ। ਕਹੀਏ ਦੁਬਈ ਦਾ ਮਾਹੌਲ ਕਿਵੇਂ ਦਾ? ਲਾਈਕ ਲੋਨਲੀਨੈਸ ਫੀਲ ਹੁੰਦੀ ਹੈ ਕਿ ਹੈਗੇ ਉੱਥੇ ਪੰਜਾਬੀ? ਜਦੋਂ ਮੈਂ ਦੁਬਈ ਗਿਆ ਸੀ, ਆਈ ਐਮ ਟਾਕਿੰਗ ਅਬਾਊਟ 2012। 12 ਯੈਸ, ਐਟ ਦੈਟ ਟਾਈਮ ਤਾਂ ਇਦਾਂ ਸੀ ਕਿ ਆਪਣੇ ਪੰਜਾਬੀ ਬਹੁਤ ਰੇਅਰ ਸੀ, ਓਕੇ। ਬਹੁਤ ਰੇਅਰ। ਸਪੈਸ਼ਲੀ ਜਿਵੇਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਤਾਂ ਹੀ ਮਿਲਦੇ ਨੇ ਸਾਰੇ। ਬਟ ਜੇ ਤੁਸੀਂ ਆਫਟਰ ਕੋਵਿਡ ਹੁਣ ਦੀ ਗੱਲ ਕਰੋਗੇ, ਬਿਕੋਜ਼ ਦੁਬਈ ਵਾਸ ਅ ਫਸਟ ਕੰਟਰੀ ਜਿਹਨੇ ਸਭ ਤੋਂ ਪਹਿਲਾਂ ਓਪਨ ਕੀਤੇ ਸੀ ਵੀਜ਼ਾਸ ਆਫਟਰ ਕੋਵਿਡ, ਯੈਸ ਬਿਲਕੁਲ। ਤਾਂ ਬਹੁਤ ਸਾਰੀ ਪੋਪੂਲੇਸ਼ਨ ਜਿਹੜੀ ਇੱਥੇ 2.5 ਸਾਲ ਦਾ ਬੈਕਲੌਗ ਇਕੱਠਾ ਹੋ ਗਿਆ ਸੀ ਕੋਵਿਡ ਦੇ ਟਾਈਮ ਤੇ, ਕੋਈ ਨਹੀਂ ਜਾ ਸਕਿਆ ਬਾਹਰ, ਉਹ ਸਭ ਦੁਬਈ ਗਏ। ਦੁਬਈ ਗਏ ਬਿਲਕੁਲ। ਐਂਡ ਨਾਓ ਵੈਨ ਯੂ ਸੀ, ਤੁਸੀਂ ਕਾਫੀ ਸਾਰੇ ਪੰਜਾਬੀ ਦੇਖੋਗੇ ਉੱਥੇ। ਹੁਣ ਬਹੁਤ ਵਧੀਆ ਕਮਿਊਨਿਟੀ ਹੈ ਪੰਜਾਬੀਆਂ ਦੀ ਉੱਥੇ, ਐਂਡ ਦੇ ਆਰ ਡੂਇੰਗ ਵੈਲ ਓਵਰ ਦੇਅਰ। ਅੱਛੇ ਕਲੱਬਸ ਨੇ ਉਹਨਾਂ ਦੇ, ਆਪਣੀ ਸੁਸਾਇਟੀਜ਼ ਬਣੀਆਂ ਨੇ ਹੁਣ, ਐਂਡ ਮਿਲ ਵਰਤ ਕੇ ਰਹਿੰਦੇ ਨੇ। ਗੁਰਦੁਆਰਾ ਸਾਹਿਬ ਹੁਣ ਉੱਥੇ ਬਹੁਤ ਵਧੀਆ ਆਲਰੇਡੀ ਹੈਗੇ ਸੀ। ਹੁਣ ਦੁਬਈ ਦੇ ਨਾਲ ਰਸਲ ਖੇਮਾ ਹੈ, ਆਬੂ ਧਾਬੀ ਹੈ, ਉੱਥੇ ਵੀ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ। ਮੈਂ ਦੇਖਣ ਵਾਲੇ ਬਹੁਤ ਸੋਹਣੇ ਸੋਹਣੇ ਆ, ਬਹੁਤ ਸੋਹਣੇ। ਸੋਨੇ ਦੇ ਵੀ ਕੋਈ ਇੱਕ ਵਾਰੀ ਮੈਂ 2 ਵਾਰੀ ਗਿਆ ਸੀਗਾ। ਕਰੈਕਟ। ਦੁਬਈ ਗਿਆ ਸੀ ਤੇ ਉੱਥੇ ਮਤਲਬ ਗੁਰਦੁਆਰੇ ਹੀ ਬਹੁਤ ਵਧੀਆ ਨੇ। ਉਹਨਾਂ ਦਾ ਲੰਗਰ ਸਿਸਟਮ ਦੇਖੀਏ ਆਪਾਂ, ਸਾਰਾ ਕਿੰਨਾ ਨੀਟ ਐਂਡ ਕਲੀਨ ਹੈ। ਨੀਟ ਐਂਡ ਕਲੀਨ, ਕਰੈਕਟ। ਐਂਡ ਤੁਸੀਂ 5 ਇਅਰਸ ਜੌਬ ਕੀਤੀ? 5 ਸਾਲ ਜੌਬ ਕੀਤੀ। ਕਿਹੜੀ ਇੰਡਸਟਰੀ 'ਚ? मैं lighting and automation. Lighting and automation. I was okay. doing lighting control systems, and I was working as a sales and service engineer. Okay. So I was doing sales also and service as well. ठीक है. Both. ਇਹ ਲਾਈਟਨਿੰਗ ਬਿਜ਼ਨਸ ਕੀ ਕਿਵੇਂ ਮਤਲਬ? ਲਾਈਟਿੰਗ ਕੰਟਰੋਲ ਵਿੱਚ ਕੀ ਹੁੰਦਾ ਹੈ ਬੇਸਿਕਲੀ, ਆਪਾਂ ਜੇ ਤੁਸੀਂ ਇੱਕ 5 ਸਟਾਰ ਹੋਟਲ 'ਚ ਜਾਂਦੇ ਹੋ, ਤੁਸੀਂ ਦੇਖਦੇ ਹੋ ਉੱਥੇ ਮੂਡ ਸੈੱਟ ਹੁੰਦੇ ਆ ਲਾਈਟਸ ਦੇ ਰੂਮਸ ਵਿੱਚ। ਇਟਸ ਅ ਰਿਲੈਕਸ ਮੂਡ, ਕੂਲ ਮੂਡ, ਡੇ ਮੂਡ, ਨਾਈਟ ਮੂਡ,
ਉਸ ਹਿਸਾਬ ਨਾਲ ਤੁਹਾਡੀ ਸਾਰੀ ਲਾਈਟਸ ਡਿਮ ਹੁੰਦੀਆਂ ਹੈ ਜਾਂ ਕਲਰ ਚੇਂਜ ਕਰਦੀਆਂ ਨੇ ਜਾਂ ਕੰਟਰੋਲ ਹੁੰਦੀਆਂ ਥਰੂ ਸਮਾਰਟ ਸਵਿਚਸ। ਓਕੇ ਤਾਂ ਉਹਦੇ ਬੈਕ ਐਂਡ ਤੇ ਜਿਹੜਾ ਸਿਸਟਮ ਲੱਗਾ ਹੁੰਦਾ ਦੈਟ ਇਜ਼ ਕਾਲਡ ਲਾਈਟਿੰਗ ਕੰਟਰੋਲ ਸਿਸਟਮ, ਓਕੇ which we never see as a customer। ਯਾ ਤਾਂ ਉਹ ਸਿਸਟਮ ਨੂੰ ਸਪਲਾਈ ਕਰਕੇ ਉਹਨੂੰ ਇੰਸਟਾਲ ਕਰਕੇ ਐਂਡ ਦੈਨ ਉਹਦੀ ਪ੍ਰੋਗਰਾਮਿੰਗ ਕਰਨਾ ਉਹ ਸਾਡਾ ਕੰਮ ਹੈ। ਓਕੇ ਉਹ ਤੁਹਾਡਾ ਕੰਮ ਸੀ। ਤਾਂ ਬੇਸਿਕਲੀ ਸਾਡੇ ਜਿਹੜੇ ਕਲਾਇੰਟਸ ਨੇ ਉਹ ਸਾਰੇ 5 ਸਟਾਰ ਹੋਟਲ ਨੇ UAE ਦੇ ਓਕੇ ਐਂਡ ਆਲਸੋ ਦ ਪੈਲੇਸਿਸ ਆਫ ਸ਼ੇਖਸ, ਪਹਿਲੇ ਸੇ ਤੋਂ ਕਿਉਂਕਿ ਇਟਸ ਅ ਲਗਜ਼ਰੀਅਸ ਪ੍ਰੋਡਕਟ। ਅੱਜ ਕੱਲ ਤਾਂ ਹੁਣ ਲੋਕਾਂ ਨੂੰ ਕਾਫੀ ਅਵੇਅਰਨੈਸ ਆ ਗਈ, ਇਵਨ ਪੰਜਾਬ 'ਚ ਮੈਂ ਦੇਖਿਆ ਲੋਕੀ ਲਾਈਟਿੰਗ ਕੰਟਰੋਲ ਕਰ ਰਹੇ ਆ। ਰਾਤ ਨੂੰ ਆਪਣਾ ਦੇਖਿਆ ਹਾਂ। ਲੁਧਿਆਣੇ ਤੁਸੀਂ ਪੁਲ ਦੇ ਥੱਲੇ Correct। ਜਿਹੜਾ ਹੈਗਾ ਮਤਲਬ ਇੱਥੇ Correct। ਲਾਈਟਿੰਗ ਦਾ ਬਹੁਤ ਚੱਲ ਰਿਹਾ। ਇਟਸ ਆਲ ਕਮਸ ਅੰਡਰ ਬਿਲਕੁਲ। ਲਾਈਟਿੰਗ ਆਟੋਮੇਸ਼ਨ। ਘਰ ਜਦੋਂ ਆਪਾਂ ਘਰ ਬਣਾਈਏ ਲਾਈਟਿੰਗ ਬਹੁਤ ਹੀ ਪੈਸਾ ਖਰਚਿਆ ਜਾਂਦਾ ਉਹਦੇ ਤੇ। ਬਿਲਕੁਲ ਆਪਾਂ ਬਾਹਰੋਂ ਲੁੱਕਸ ਬਣਾਉਣੀ ਉਹ ਵਧੀਆ ਬਿਲਕੁਲ। ਫੀਲਡ ਹੈ ਯਾ ਮੇਨ ਫੀਲਡ ਲਾਈਟਿੰਗ ਹੀ ਹੈ ਤੇ Yeah। ਮੈਨੂੰ ਜਾ ਕੇ ਉੱਥੇ ਲੱਗਿਆ ਕਿ ਹਾਂ ਮੇਰੀ ਫੀਲਡ ਦਾ ਜੋਬ ਹੈ, ਕਿਉਂਕਿ ਮੈਂ ਸ਼ੁਰੂ ਤੋਂ ਸੋਚਿਆ ਸੀ ਕਿ ਮੈਂ ਫੀਲਡ ਨਹੀਂ ਛੱਡਣੀ ਆਪਣੀ ਇਲੈਕਟ੍ਰੀਕਲ, ਬਿਲਕੁਲ। ਮੈਨੂੰ ਬਹੁਤ ਪਿਆਰ ਸੀ ਉਹਦੇ ਨਾਲ। ਯਾ ਤੇ ਫਿਰ ਮੈਂ ਕੰਪਨੀ ਵੀ ਆਪਣੀ ਸੇਮ ਫੀਲਡ 'ਚ ਹੀ ਚਾਲੂ ਕੀਤੀ ਹੈ। ਨਾਓ ਅਸੀਂ ਐਕਸਪੈਂਡ ਕਰ ਰਹੇ ਹਾਂ ਇਨ ਦ ਮਿਡਲ ਈਸਟ ਰੀਜਨ ਐਂਡ ਆਲਸੋ ਇਨ ਦਿੱਲੀ ਐਜ਼ ਵੈਲ। ਬਟ ਜੌਬ ਛੱਡ ਕੇ ਬਿਜ਼ਨਸ ਵਿੱਚ ਆਣਾ ਇੱਕ ਆਪਣਾ ਟਾਸਕ ਹੁੰਦਾ, ਬੰਦਾ ਕਹਿੰਦਾ ਫੇਲ ਨਾ ਹੋ ਜਾਈਏ, ਚਲੋ ਜੌਬ ਤੋਂ ਇੱਕ ਫਿਕਸ ਸੈਲਰੀ ਤਾਂ ਆ ਰਹੀ ਹੈ ਬਿਲਕੁਲ ਬਟ ਬਿਜ਼ਨਸ ਰਿਸਕ ਹੈ। ਬਿਲਕੁਲ। ਆਪਾਂ ਹੀ ਫਸਟ ਆਫ ਆਲ ਆਪਾਂ ਹੀ ਓਨਰ ਹੁੰਦੇ ਆ, ਆਪਾਂ ਹੀ ਸਰਵੈਂਟ ਹੁੰਦੇ ਆ, ਬਿਲਕੁਲ ਸਹੀ। ਕੰਮ ਪਹਿਲੇ ਕਰਨ ਬਾਅਦ 'ਚ ਆਪਾਂ EMPLOYEES ਰੱਖ ਲੈਂਦੇ ਆ। ਬਟ ਬਿਜ਼ਨਸ ਦਾ ਤੁਸੀਂ ਰਿਸਕ ਕਿਵੇਂ ਲਿੱਤਾ? ਬਿਜ਼ਨਸ ਦਾ ਰਿਸਕ ਵਾਸਤੇ ਨਾ ਤੁਹਾਡੇ ਮਨ ਵਿੱਚ ਮੈਂ ਉਹਨੂੰ ਆਪਣੀ ਲੈਂਗੁਏਜ 'ਚ ਬੋਲਣਾ ਕਿ ਅੱਗ ਹੋਣੀ ਚਾਹੀਦੀ ਅੱਗ ਹੈ, ਹੋਣੀ ਫਾਇਰ ਚਾਹੀਦੀ ਜਿਹਨੂੰ ਕਹਿੰਦੇ ਆ। Yeah. ਠੀਕ ਹੈ, ਚਲੋ ਉਹ ਪੁਸ਼ਪਾ ਨੇ ਤਾਂ ਹੁਣ ਡਾਇਲੌਗ ਮਾਰਿਆ ਹਾਂ, ਫਾਇਰ ਵਾਲਾ, fire। ਬਟ ਸਟਿਲ ਉਹ ਅੱਗ ਤੁਹਾਡੇ ਮਨ 'ਚ ਹੋਣੀ ਚਾਹੀਦੀ ਹੈ ਕਿ ਤੁਸੀਂ ਨੋਟ ਓਨਲੀ ਫॉर ਬਿਜ਼ਨਸ ਕੁਝ ਵੀ ਕਰਨਾ ਲਾਈਫ 'ਚ, ਜੇ ਤੁਹਾਨੂੰ ਕੋਈ ਵੀ ਚੀਜ਼ ਕਰਨ ਦੀ ਅੱਗ ਹੈਗੀ ਹੈ ਨਾ, ਤੁਸੀਂ ਸਭ ਕੁਝ ਕੁਰਬਾਨ ਕਰੋਗੇ ਉਹਦੇ ਲਈ, ਔਰ ਉਹਦੇ ਹਿਸਾਬ ਨਾਲ ਹੀ ਤੁਸੀਂ ਐਕਸਕਿਊਜ਼ ਵੀ ਲੱਭੋਗੇ ਫਿਰ ਉਸ ਚੀਜ਼ 'ਚ, ਤੁਸੀਂ ਉਸੇ ਹਿਸਾਬ ਨਾਲ ਢਲ ਜਾਓਗੇ। ਜੇ ਉਹ 'ਚ ਤੁਹਾਨੂੰ ਹਰਡਲ ਵੀ ਆਣਗੇ ਨਾ, ਤੁਸੀਂ ਉਹਨੂੰ ਚੈਲੰਜ ਮੰਨੋਗੇ, ਆਪਣੇ ਆਪ ਨੂੰ ਚੈਲੰਜ। ਜਦੋਂ ਤੁਸੀਂ ਆਪਣੇ ਆਪ ਨਾਲ ਚੈਲੰਜ, ਆਪਣੇ ਦਿਮਾਗ ਨਾਲ ਚੈਲੰਜ ਤੁਸੀਂ ਲਾ ਲਿਆ, ਦਿਮਾਗ ਇਨਸਾਨ ਦਾ ਬਹੁਤ ਤੇਜ਼ ਹੈ, ਉਹ ਕੋਈ ਵੀ ਚੈਲੰਜ ਖਤਮ ਕਰ ਸਕਦਾ ਹੈ। ਤੇ ਉਹੀ ਡਿਪੈਂਡ ਕਰਦਾ ਕਿ ਤੁਹਾਡਾ ਜੇ ਮਨ ਹੈ ਔਰ ਤੁਹਾਨੂੰ ਤੁਹਾਡੇ ਅੰਦਰ ਅੱਗ ਹੈ ਉਸ ਕੰਮ ਕਰਨ ਦੀ, ਤਾਂ ਮੇਰੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ। ਬਿਕੋਜ਼ ਮੈਂ ਕੀਤਾ ਹੈ, ਮੈਂ ਕੋਈ ਬਹੁਤ ਸੁਪਰ ਡੁਪਰ ਕਿਤਾਬੀ ਕੀੜਾ ਨਹੀਂ ਸੀ, ਠੀਕ ਹੈ, ਮੈਂ ਆਈ ਵਾਜ਼ ਆਲਰਾਊਂਡਰ। ਉਹ ਮੈਂ ਅੱਜ ਵੀ ਕਹਿੰਦਾ ਕਿ ਹਰ ਕਿਸੇ ਨੂੰ ਆਲਰਾਊਂਡਰ ਹੀ ਬਣਨਾ ਚਾਹੀਦਾ ਹੈ। ਬਿਲਕੁਲ ਉਹੀ ਸਸਟੇਨ ਕਰ ਸਕਦਾ। ਪਹਿਲੇ ਉਹੀ ਤਾਂ ਹੁੰਦਾ sustain। ਸੀਗਾ ਪੜ੍ਹਾਈ ਕੀਤੀ, ਹਾਂ। ਵੀ ਉਹ ਪੇਪਰ ਦਿੱਤਾ, ਸਰਕਾਰੀ ਨੌਕਰੀ ਲੱਗ ਗਏ। ਬਟ ਅੱਜ ਕੱਲ ਤਾਂ ਹਰ ਇੰਟਰਵਿਊ ਲੈਂਦੇ, ਬਿਲਕੁਲ। ਡਿਟਰਮਾਈਨ ਨਹੀਂ ਕਰਦੇ, ਪਹਿਲੇ ਪੇਪਰ ਤਾਂ ਕਲੀਅਰ ਕਰਤੇ ਬਟ ਇੰਟਰਵਿਊ 'ਚ ਰਿਜੈਕਟ ਹੋ ਜਾਂਦੇ ਆ ਕਿਉਂਕਿ Reject। ਆਲਰਾਊਂਡਰ ਨਹੀਂ। ਆਲਰਾਊਂਡਰ ਨਹੀਂ ਹੈ। ਬਟ ਜੌਬ ਸਹੀ ਚੱਲ ਰਹੀ ਹੋਣੀ ਤੁਹਾਡੀ, ਜੋਬ ਵਾਸ ਪਰਫੈਕਟ। ਬਟ ਕਿਵੇਂ ਮਨ ਆਇਆ ਕਿ ਬਿਜ਼ਨਸ ਕਰਨਾ ਹੈ ਆਪਣਾ? ਐਕਚੁਅਲੀ ਕਿਉਂ ਜੌਬ ਕਰਨਾ ਦੇ ਹੈ? ਨਾਲ ਨਾਲ ਮੈਂ ਇੱਕ ਚੀਜ਼ ਦੇਖਦਾ ਰਹਿੰਦਾ ਸੀ, ਕਿਉਂਕਿ ਸਟਾਰਟਿੰਗ 'ਚ ਘਰ 'ਚ ਔਰ ਸਾਰਿਆਂ ਨੂੰ ਆਪਣੇ ਰਿਸ਼ਤੇਦਾਰਾਂ 'ਚ ਜੌਬ ਹੀ ਦੇਖੀ ਹੈ, Yeah. ਤਾਂ ਇਹ ਦੇਖਦਾ ਸੀ ਕਿ ਜੌਬ ਵਿੱਚ ਤੁਸੀਂ ਕੀ ਕਰਦੇ ਹੋ। ਨੋ ਹਾਰਡ ਫੀਲਿੰਗਸ ਫॉर ਐਨੀਬਾਡੀ, ਬਟ ਸਟਿਲ ਤੁਸੀਂ 100% ਦਿੰਦੇ ਹੋ ਆਪਣਾ to earn 10% for you For you, well, and 90% for your company। yeah, you are growing the company. ਤੁਹਾਨੂੰ ਕਿੰਨਾ ਮਿਲਿਆ? 10%। 10%. ਇਨ ਬਿਜ਼ਨਸ ਤੁਸੀਂ 10% ਕੰਮ ਕਰੋ, 10% ਤੁਹਾਡਾ ਹੈ ਤੇ 90% ਤੁਹਾਡੇ ਕੋਲ ਫੇਰ ਗੈਪ ਹੈ। Yeah. ਜੇ ਤੁਸੀਂ 90 ਵਿੱਚੋਂ 50 ਹੋਰ ਕਰ ਲਓ ਤੇ 60 ਤੁਹਾਡਾ ਹੈ। ਬਿਲਕੁਲ। ਆਹ ਚੀਜ਼ ਮੇਰੇ ਦਿਮਾਗ 'ਚ ਸ਼ੁਰੂ ਤੋਂ ਸੀ। Yeah. ਜਦੋਂ ਮੈਂ ਜੌਬ ਕਰ ਰਿਹਾ ਸੀ, ਆਫਟਰ 3rd ਇਅਰ 4th ਇਅਰ ਮੇਰੇ ਦਿਮਾਗ 'ਚ ਇਹ ਚੀਜ਼ ਫਸਣ ਲੱਗ ਪਈ ਸੀ, Mm. ਬਿਕੋਜ਼ ਆਈ ਟੋਲਡ ਯੂ ਆਈ ਵਾਸ ਡੂਇੰਗ ਸੇਲਸ ਐਜ਼ ਵੈਲ, Yeah. so you know the figures, ਤਾਂ ਵੀ ਮੈਨੂੰ ਕੀ ਮਿਲ ਰਿਹਾ ਹੈ, ਬਿਲਕੁਲ। ਮਿਹਨਤ ਸਾਰੀ ਮੇਰੀ ਹੈ। ਇੰਡਸਟਰੀ ਵੱਡੀ ਹੈ, ਹਾਂ, ਉਹਦਾ ਹੁੰਦਾ ਹੈ। ਬਿਜ਼ਨਸ ਐਂਡ ਜੌਬ 'ਚ ਇਹ ਫਰਕ ਤਾਂ ਹੈ ਹੀ ਹੈ। ਯੈਸ, ਇਹ ਤਾਂ ਇੱਕ ਆਈਡੀਆ ਹੈ ਜਿਹੜਾ ਤੁਹਾਨੂੰ ਡਾਇਵਰਟ ਕਰਨ ਲਈ ਬਹੁਤ ਈਜ਼ੀਲੀ ਤੁਹਾਨੂੰ ਡਾਇਵਰਟ ਕਰ ਸਕਦਾ, ਲੇਕਿਨ ਇਸ ਤੋਂ ਪਿੱਛੇ ਤੁਹਾਨੂੰ ਮਿਹਨਤ ਬੜੀ ਕਰਨੀ ਪੈਂਦੀ, ਬਿਕੋਜ਼ ਇੱਕ ਕੰਪਨੀ ਹੈਜ਼ ਐਵਰੀਥਿੰਗ, ਲਾਈਕ ਸਟਾਰਟਿੰਗ ਫਰਮ ਰਿਸੈਪਸ਼ਨ Yeah. to sales, to admin, to accounts, to HR, to MD, to service, to handing over, to documentation, everything। Yeah. ਸਾਰਾ ਕੁਝ ਆਪਣੇ ਆਪ ਦੇਖਣਾ ਪੈਂਦਾ। ਇਹ ਸਾਰਾ ਕੁਝ ਤੁਹਾਨੂੰ ਪਹਿਲਾਂ, ਸਭ ਤੋਂ ਪਹਿਲਾਂ ਆਪ ਲਰਨ ਕਰਨਾ ਪੈਂਦਾ ਹੈ। Exactly. ਜੇ ਤੁਸੀਂ ਇਹ ਲਰਨ ਕਰ ਲਿਆ, then only you can do, and later on you can hire somebody on these respective fields। ਬਿਲਕੁਲ। Yeah. ਜੇ ਤੁਹਾਨੂੰ ਇਹਨਾਂ 'ਚ ਕੋਈ ਵੀ ਕੰਮ ਨਹੀਂ ਆਉਂਦਾ, then you cannot even hire also somebody Yeah. for this thing। ਮੈਂ ਉਹੀ ਕੁਐਸਚਨ ਪੁੱਛਣਾ ਸੀ ਕਿ ਤੁਹਾਨੂੰ ਜੌਬ ਦਾ ਫਾਇਦਾ ਹੋਇਆ, ਪਰ ਤੁਹਾਡੀ ਗੱਲਾਂ ਨਾਲ ਹੀ ਪਤਾ ਲੱਗ ਰਿਹਾ ਤੁਹਾਨੂੰ ਜੌਬ ਨੇ ਹੀ ਬਿਜ਼ਨਸ ਵਿੱਚ ਹੈਲਪ ਕੀਤੀ। ਐਗਜ਼ੈਕਟਲੀ। Yeah. ਮੈਂ ਜੌਬ ਨਹੀਂ ਛੱਡੀ, ਮੈਨੂੰ ਬੜੇ ਅੱਛੇ ਆਫਰਸ ਆਉਂਦੇ ਸੀ ਆਫਟਰ ਫਸਟ ਈਅਰ, ਸੈਕੰਡ ਈਅਰ, Yeah. ਡਬਲ ਆਫਰ ਆਉਂਦੇ ਸੀ ਮੈਨੂੰ, ਟ੍ਰਿਪਲ ਵੀ ਆਉਂਦੇ ਸੀ, ਬਟ ਮੈਨੂੰ ਇੱਕ ਤਾਂ ਫੀਲਡ ਆਪਣੀ ਪਸੰਦ ਸੀ, ਦੂਸਰਾ ਮੈਂ ਚਾਹੁੰਦਾ ਸੀ ਕਿ ਮੈਂ ਇੱਕ ਚੀਜ਼ 'ਚ ਮਾਸਟਰੀ ਕਰਾਂ, Yeah. ਤਾਂ ਕਿ ਮੈਂ ਜੇ ਜੌਬ ਸ਼ਿਫਟ ਕਰਦਾ ਰਹਿੰਦਾ ਤਾਂ ਸ਼ਾਇਦ ਮੈਂ ਸਾਰੇ ਰੋਲ ਨਾ ਸਿੱਖ ਪਾਉਂਦਾ, ਕਿਉਂਕਿ ਨਵੀਂ ਕੰਪਨੀ 'ਚ ਜਾ ਕੇ ਤੁਸੀਂ 6 ਮਹੀਨੇ ਤਾਂ ਸਿਸਟਮ ਨੂੰ ਸਮਝਣ 'ਚ ਲਗਾਉਂਦੇ ਹੋ। Yeah. ਅੱਜ ਕੱਲ ਮੈਂ ਦੇਖਿਆ ਮੋਸਟਲੀ ਸਟੂਡੈਂਟਸ ਸ਼ਿਫਟ ਕਰ ਦਿੰਦੇ ਨੇ ਬਹੁਤ ਜਲਦੀ, Yeah. ਮੇਰੀ 1 ਈਅਰ 2 ਈਅਰਸ ਤੋਂ ਬਾਅਦ,
ਕੰਪਨੀ ਸਵਿਚ ਕਰਦੇ ਨੇ, ਹਾਂ ਅੱਛਾ ਪੈਕੇਜ ਮਿਲ ਗਿਆ, ਉਸ ਟਾਈਮ ਅੱਛਾ ਲੱਗਦਾ, ਬਟ ਲਾਈਫ ਟਾਈਮ ਲਈ ਨਹੀਂ it's not a good thing for you and even for your CV as well. ਯੈਸ ਤੁਸੀਂ 5 years ਮਾਸਟਰੀ 5 ਕੀਤੀ, years mastery. ਦੈਨ ਤੁਹਾਨੂੰ ਪਤਾ ਲੱਗ ਗਿਆ ਕਿ ਇਹਦਾ A to Z ਥਿੰਗਸ ਪਤਾ ਲੱਗ ਗਿਆ, Yes. ਕਨਵਰਟਡ ਇਨ ਬਿਜ਼ਨਸ। Yes. ਇਹ ਚੀਜ਼ ਹੈ ਬਿਲਕੁਲ। And now I am the boss Yeah. from last 6 years. ਮੈਨੂੰ ਮਤਲਬ ਬੈਸਟ ਪਾਰਟ ਇਹ ਲੱਗਦਾ ਕਿ ਮੈਨੂੰ ਸਵੇਰੇ ਉੱਠ ਕੇ ਕਿਸੇ ਨੂੰ ਜਵਾਬ ਨਹੀਂ ਦੇਣਾ, ਬਿਲਕੁਲ ਪ੍ਰਾਊਡ ਫੀਲ ਕਰਦਾ ਬੰਦਾ ਕਿ ਯਾਰ ਆਈ ਐਮ ਹਰ ਰੋਜ਼ ਹੀ ਪ੍ਰਾਊਡ ਫੀਲ ਹੁੰਦਾ ਰਹਿੰਦਾ ਹੈ ਡੇਲੀ ਐਵਰੀ ਐਵਰੀ ਡੇ। ਟੈਨਸ਼ਨਾਂ ਬਹੁਤ ਹੁੰਦੀ ਹੈ, ਬਟ ਇੱਕ ਹੁੰਦਾ ਹਾਂ। ਕਿ ਯਾਰ ਮੈਂ ਹੀ ਆਰਡਰ ਦੇਣੇ ਆ, ਮੈਂ ਹੀ ਕਰਨਾ ਮੇਰੀ ਹੀ ਸਭ ਕੁਛ। ਕੰਪਨੀ ਔਰ ਫਿਰ ਇਹ ਲੱਗਦਾ ਕਿ ਜਿੰਨਾ ਮੈਂ ਜ਼ਿਆਦਾ ਕਰਾਂਗਾ ਉਨਾ ਹੀ ਉਹਨਾਂ ਹੀ ਮੇਰਾ ਮੇਰਾ ਫਾਇਦਾ। ਬਿਲਕੁਲ ਉਹਨਾਂ ਬੈਨੀਫਿਟ ਹੈ। ਇਹ ਤਾਂ ਬਿਜ਼ਨਸ ਦੀ ਖਾਸੀਅਤ ਹੈਗੀ ਆ। ਤੋ ਇਟਸ ਲਾਈਕ ਅ ਆਟੋ ਚੇਨ Yeah. ਚੱਲਦੀ ਰਹਿੰਦੀ ਹੈ। Yeah. ਹਾਂ ਬਟ ਮਤਲਬ ਹਰ ਕੋਈ ਚਾਹੁੰਦਾ ਅੱਜ ਲਾਈਕ ਪਹਿਲੇ ਨਹੀਂ ਹੁੰਦਾ ਸੀ, ਪਹਿਲੇ ਹੁੰਦਾ ਸੀ ਕਿ ਯਾਰ ਜੌਬ ਕਰ ਲਈਏ ਠੀਕ ਹੈ ਹਾਂ। ਜਿੰਨਾ ਕਮਾ ਰਹੇ, ਬਟ ਅੱਜ ਕੱਲ ਜਿਵੇਂ ਕਿ ਸ਼ਾਰਕ ਟੈਂਕ ਇੰਡੀਆ ਚੱਲ ਰਿਹਾ, ਕਰੈਕਟ ਦੇ ਆਰ ਕ੍ਰੀਏਟਿੰਗ ਓਪਰਚੁਨਿਟੀਜ਼, ਯੈਸ ਮਾਈਂਡ ਡਿਵੈਲਪ ਹੋ ਰਿਹਾ। ਜੇ ਨਾਰਮਲ ਘਰ ਦਾ ਬੱਚਾ ਵੀ ਹੈ ਉਹਨੂੰ ਵੀ ਹੈ ਕਿ ਯਾਰ ਮੈਂ ਬਿਜ਼ਨਸ ਕਰਨਾ ਹੈ, ਕਰੈਕਟ ਬਟ ਉਹ ਸਟਾਰਟ ਕਿਵੇਂ ਕਰੇ? ਆਫਟਰ ਬੀਟੈਕ ਹੀ ਸਟਾਰਟ ਕਰਦੇ, ਬਟ ਉਹਨੂੰ ਪਹਿਲੇ ਜੌਬ ਲੈਣੀ ਚਾਹੀਦੀ ਹੈ, honestly ਐਕਸਪੀਰੀਅੰਸ। speaking ਪਹਿਲਾਂ ਮਾਰਕੀਟ ਦਾ ਸਰਵੇ ਬਹੁਤ ਜ਼ਰੂਰੀ ਹੈ। ਮਾਰਕੀਟ ਵਿੱਚ ਪੈਰ ਧਰੋ, ਹਮੇਸ਼ਾ ਜੌਬ ਕਰੋ ਪਹਿਲਾਂ। ਬਿਲਕੁਲ ਜਿਸ ਫੀਲਡ 'ਚ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ, ਆਈ ਹੋਪ ਤੁਹਾਨੂੰ ਪਤਾ ਹੋਏਗਾ ਡਿਵੈਲਪਡ ਕੰਟਰੀਜ਼ ਵਿੱਚ ਕੀ ਸੀ ਨਾ, ਇਫ ਯੂ ਵਾਂਟ ਟੂ ਓਪਨ ਐਨ ਰੈਸਟੋਰੈਂਟ ਔਰ ਫॉर ਐਗਜ਼ਾਮਪਲ ਅ ਬੈਂਕ, ਯਾ you have to be a banker first, you have to be a waiter first, you have to be a chef first to Yeah. open a restaurant. ਯੈਸ ਯੈਸ Why? Because obviously ਤੁਸੀਂ ਜੇ ਇੱਕ ਸ਼ੈਫ ਦਾ ਕੰਮ ਕੀਤਾ ਹੋਏਗਾ 2 ਸਾਲ, ਤੁਹਾਨੂੰ ਪਤਾ ਕਿ ਤੁਸੀਂ ਰੈਸਟੋਰੈਂਟ ਕਿਵੇਂ ਚਲਾਉਣਾ ਹੈ ਤੇ ਸ਼ੈਫ ਦਾ ਕੀ ਕੰਮ ਹੈ। ਯਾ ਬਿਲਕੁਲ ਸੋ ਮੈਂ ਉਹੀ ਚਾਹੁੰਦਾ ਹਾਂ ਕਿ ਮੈਂ ਮੋਸਟਲੀ ਜਿਹੜੇ ਸਟਾਰਟਅਪਸ ਹੁੰਦੇ ਨੇ ਉਹਨਾਂ ਦਾ ਫੇਲਿਅਰ ਦਾ ਰੀਜ਼ਨ ਇਹੀ ਹੁੰਦਾ ਹੈ ਕਿ ਦੇ ਆਰ ਟੂ अर्ਲੀ, ਟੂ अर्ਲੀ, ਯਾ ਇਮੈਚੁਰ ਸਟਾਰਟਅਪਸ। ਆਫਟਰ Give 23 time. 24 ਹੀ ਕਰ ਲੈਂਦੇ ਕਈ ਸਟਾਰਟਅਪ। ਬਿਲਕੁਲ, ਜੇ ਤੁਸੀਂ 23 'ਚ ਸਟਾਰਟ ਕਰਨਾ ਚਾਹੁੰਦੇ ਹੋ, 2 ਸਾਲ ਤੁਸੀਂ ਜੌਬ ਕਰੋ ਸੇਮ ਫੀਲਡ 'ਚ, ਯਾ ਚਾਹੇ ਸੈਲਰੀ ਮਿਲੇ ਅੱਛੀ ਚਾਹੇ ਨਾ ਮਿਲੇ, ਡਸਨਟ ਮੈਟਰ। ਉਹ ਤੁਸੀਂ ਆਪਣੇ ਆਪ ਤੇ ਇਨਵੈਸਟ ਕਰ ਰਹੇ ਹੋ, ਉਹ ਤੁਹਾਡਾ ਸਰਵੇ ਹੈ, ਮਾਰਕੀਟ ਸਰਵੇ ਇੱਕ ਤਰ੍ਹਾਂ ਦਾ। ਡੋਂਟ ਥਿੰਕ ਐਜ਼ ਅ ਜੌਬ, ਇਟਸ ਅ ਮਾਰਕੀਟ ਸਰਵੇ ਫॉर ਯੋਰ ਸਟਾਰਟਅਪ। ਉਸ ਤੋਂ ਬਾਅਦ ਤੁਸੀਂ ਜੰਪ ਕਰੋ, ਰਿਜ਼ਲਟਸ ਅੱਛੇ ਮਿਲਣਗੇ ਤੁਹਾਨੂੰ, ਐਂਡ ਬੰਦ ਹੋਣ ਦੇ ਜਾਂ ਫੇਲਿਅਰ ਹੋਣ ਦੇ ਚਾਂਸਸ ਕਾਫੀ ਘਟ ਜਾਣਗੇ। ਕਾਫੀ ਐਕਸਪੀਰੀਅੰਸ ਪਤਾ ਲੱਗ ਗਿਆ ਕਿ ਕਿਵੇਂ ਕੰਪਨੀਆਂ ਚੱਲਦੀਆਂ। ਕਰੈਕਟ। ਇਹ ਚੀਜ਼ ਹੈ। ਕਾਫੀ ਚੀਜ਼ਾਂ ਤੁਸੀਂ ਵਿੱਚ ਪੈਣ ਤੋਂ ਬਾਅਦ ਹੀ ਤੁਹਾਨੂੰ ਸਮਝ ਆਉਂਦੀਆਂ, ਵਿੱਚ ਆਊਟਸਾਈਡ ਤੋਂ ਰਹਿ ਕੇ ਤੁਹਾਨੂੰ ਨਹੀਂ ਦਿਖਦੀਆਂ। ਸੋ ਦਿਸ ਇਜ਼ ਦਾ, ਮੈਂ ਤਾਂ ਇਹੀ ਸੁਜੈਸਟ ਕਰਾਂਗਾ ਸਟਾਰਟਅਪਸ ਨੂੰ ਵੀ give more time for market survey. ਦੁਬਈ ਦੇ ਵਿੱਚ ਗਵਰਨਮੈਂਟ ਇਜ਼ ਵੈਰੀ ਸਟ੍ਰਿਕਟ। Correct. ਜੌਬ ਕਰ ਰਹੇ ਆ, ਕੋਈ ਵੀ ਤੁਹਾਨੂੰ ਇਹਨਾਂ ਡਿਫਿਕਲਟੀ ਨਹੀਂ ਹੋਏਗੀ ਕਿ ਯਾਰ ਜੋ ਕੇਸ ਪਊਗਾ ਓਨਰ ਤੇ ਪਏਗਾ, ਬਟ ਨਾਓ ਯੂ ਆਰ ਦਾ ਓਨਰ। Correct. ਕੋਈ ਗਲਤੀ ਹੋਏਗੀ ਗਵਰਨਮੈਂਟ ਤੁਹਾਨੂੰ ਫੜੇਗੀ, ਤੇ ਉਹਦੇ ਵਿੱਚ ਤੁਹਾਡੇ ਬਿਜ਼ਨਸ ਦੇ ਵਿੱਚ ਕੀ ਐਸਾ ਰਿਸਕ ਫੈਕਟਰ ਹੈ ਤੇ ਉਹਨੂੰ ਤੁਸੀਂ ਕਿਵੇਂ ਠੀਕ ਮਤਲਬ ਕਿਵੇਂ ਮੈਨੇਜ ਕਰਦੇ ਹੋ? ਤੁਸੀਂ ਇੱਕ ਐਗਜ਼ਾਮਪਲ ਦੇਖੀ ਹੋਗੀ ਕਿ ਫਾਊਂਡੇਸ਼ਨ ਜਿਹੋ ਜਿਹੀ ਹੁੰਦੀ ਹੈ ਉਹੋ ਜਿਹੀ ਬਿਲਡਿੰਗ ਬਣਦੀ ਹੈ। ਬਿਲਕੁਲ, ਠੀਕ ਹੈ ਜੀ? mostly ਫਾਊਂਡੇਸ਼ਨ ਜਿਹੋ ਜਿਹੀ ਮਰਜ਼ੀ ਬਣਾ ਦਿਓ, ਹਨਾ। ਬਿਲਕੁਲ। ਫਾਊਂਡੇਸ਼ਨ Yeah. ਬੀਟੈਕ ਕਰਨ ਤੋਂ ਬਾਅਦ ਆਪਾਂ ਇੱਕ ਕੱਚਾ ਸੀਮੈਂਟ ਆ, ਬਿਲਕੁਲ ਉਹਨੂੰ ਤੁਸੀਂ ਜਿਹੜੀ ਵੀ ਸ਼ੇਪ ਦੇਤੀ ਉਹਨੇ ਉਹ ਬਣ ਜਾਣਾ। Yeah. ਮੈਂ ਡਾਇਰੈਕਟ ਜਿਹੜੀ ਫਸਟ ਜੌਬ ਕੀਤੀ ਸੀ ਦੁਬਈ 'ਚ ਹੀ ਕੀਤੀ ਸੀ। Okay. ਮੈਂ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਦੇਖੇ ਉਹ ਦੁਬਈ ਦੀ ਦੇਖੇ ਸੀ, ਜੋ ਸਿਸਟਮ ਦੇਖਿਆ ਕੰਮ ਕਰਨ ਦਾ ਉਹ ਦੁਬਈ ਦਾ ਦੇਖਿਆ। ਹਾਂ, ਉਹ 5 ਇਅਰਸ ਤੱਕ 5 years. ਯਾ ਐਜ਼ ਆਈ ਟੋਲਡ ਯੂ, ਯੈਸ ਯੈਸ ਹੁਣ ਉੱਥੇ ਰਹਿ ਕੇ ਉੱਥੇ ਆਪਣਾ ਬਿਜ਼ਨਸ ਕਰਨ ਤੋਂ ਬਾਅਦ ਜਾਂ ਸੈਟਅਪ ਕਰਨ ਤੋਂ ਬਾਅਦ ਮੈਂ ਹੁਣ ਰੀਸੈਂਟਲੀ ਦਿੱਲੀ 'ਚ ਕੰਮ ਸਟਾਰਟ ਕੀਤਾ ਹੈ। ਓਕੇ ਲਾਈਟਸ Same. ਓਕੇ Same field. I have started our own branch in Delhi also now. ਓਕੇ तो मैं डिफरेंस फील कर रहा कि इंडिया 'ਚ ਕੰਮ ਕਰਨ ਦਾ ਕੀ ਡਿਫਰੈਂਸ ਹੈ ਐਂਡ ਦੁਬਈ 'ਚ ਕੰਮ ਕਰਨ ਦਾ ਕੀ ਡਿਫਰੈਂਸ ਹੈ, ਬਿਕੋਜ਼ ਦੋਨੋਂ ਜਗ੍ਹਾ ਦੇ ਰੂਲਸ ਡਿਫਰੈਂਟ ਨੇ, ਬਹੁਤ ਡਿਫਰੈਂਟ ਹੈ। ਬਹੁਤ ਡਿਫਰੈਂਟ ਹੈ। ਉੱਥੇ ਸਾਰਾ ਕੁਝ ਥਰੂ ਪ੍ਰੋਪਰ ਚੈਨਲ ਹੁੰਦਾ ਹੈ ਐਂਡ एवरीथिंग इज लाइक ऑनलाइन। ਆਨਲਾਈਨ ਯਾ नो डाउट इंडिया इज आल्सो गोइंग इन द सेम। ਬਿਲਕੁਲ ਸੇਮ ਕਾਫੀ ਚੀਜ਼ਾਂ ਮੈਂ ਦੇਖੀਆਂ ਤੇ ਆਨਲਾइन ਔਰ Yeah. ਕੁਝ ਚੀਜ਼ਾਂ ਜੀ ਇੰਡੀਆ ਅੱਗੇ ਵੀ ਹੈ। ਯੈਸ ਇਫ ਆਈ ਟਾਕ ਅਬਾਊਟ UPI ਐਂਡ ਆਲ, ਯਾ Paytm, ਉਹ ਵਿੱਚ ਹੈਗਾ ਉਹ ਸਾਡੇ ਉੱਤੇ ਹੈ ਨਹੀਂ, ਯਾ ਤੇ ਕੁਝ ਚੀਜ਼ਾਂ ਇੰਡੀਆ ਅੱਗੇ ਹੈ। But when we talk about system and regulations, rules ਇੱਥੇ ਵੀ ਹੈਗੇ ਨੇ, ਰੂਲ ਉੱਥੇ ਵੀ ਨੇ। ਉੱਥੇ ਕੀ ਸਟ੍ਰਿਕਨੈਸ ਜ਼ਿਆਦਾ ਹੈ, ਯਾ ਫੋਲੋ ਕਰਨੇ ਪੈਂਦੇ ਸਭ ਐਂਡ ਤੋਂ ਜ਼ਿਆਦਾ। ਐਵਰੀਥਿੰਗ ਇਜ਼ ਮੋਨੀਟਰਡ। ਜਦੋਂ ਤੁਸੀਂ ਰੋਡ ਗੱਡੀ ਦੇ ਚਲਾ ਰਹੇ ਹੋ, ਯਾ ਸੌਰੀ, ਜਦੋਂ ਤੁਸੀਂ ਗੱਡੀ 'ਚ ਜਾ ਰਹੇ ਹੋ ਸੜਕ ਤੇ ਤੇ ਇੱਕ ਸਪੀਡ ਲਿਮਿਟ ਤੁਸੀਂ ਕ੍ਰੋਸ ਕਰਦੇ ਹੋ, ਓਕੇ ਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ 15-16 ਹਜ਼ਾਰ ਰੁਪਏ ਦਾ ਫਾਈਨ ਆਏ ਨਾ ਕਰੇ ਮਿਨੀਮਮ ਸਟਾਰਟਿੰਗ, ਤਾਂ ਡੈਫੀਨਿਟਲੀ ਤੁਸੀਂ ਅਗਲੀ ਵਾਰੀ ਨਹੀਂ ਕਰੋਗੇ। ਨਹੀਂ ਕਰੋਗੇ ਬਿਲਕੁਲ। ਆਪਣੇ ਇੰਡੀਆ ਵਿੱਚ ਵੀ ਰੂਲਸ ਤਾਂ ਹੈ, ਆ ਰਹੇ ਸਾਈਨ ਬੋਰਡ ਹੈ, ਰੋਡਸ ਤੇ ਹੈ, ਬਟ ਆਈ ਡੋਂਟ ਥਿੰਕ ਸੋ ਕੋਈ ਨੋਟ ਕਰਦਾ ਹੈ। ਸਿਫਾਰਿਸ਼ ਚੱਲ ਜਾਂਦੀ ਹੈ, ਸਿਫਾਰਿਸ਼ ਚੱਲ ਜਾਂਦੀ ਹੈ। DSP ਨੇ ਮੇਰੇ ਇਹ ਚੀਜ਼ ਤਾਂ ਚੱਲ ਰਹੀ ਹੈ। ਹਾਂ, ਉਹੀ ਹੈ, ਹੌਲੀ ਹੌਲੀ ਇੱਥੇ ਵੀ ਚਲੋ ਆ ਰਿਹਾ ਇਹ ਮਾਹੌਲ ਬਣਿਆ ਹੋਇਆ ਹੈ। ਮਾਹੌਲ ਬਣ ਗਿਆ। ਹੁਣ ਆਪਾਂ ਚੰਡੀਗੜ੍ਹ ਜਾਂਦੇ ਆ, ਹਾਂ, ਉੱਥੇ ਡਰਦੇ ਆ, ਉੱਥੇ ਡਰਦੇ ਉੱਥੇ ਆ। ਨਹੀਂ ਕਹਿੰਦੇ
ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦਾ। ਹਾਂ। ਸਾਨੂੰ ਰੋਕ ਲਿਆ ਸੀਗਾ, ਕੋਈ ਮਾਸਕ ਵਗੈਰਾ ਦਾ ਇਸ਼ੂ ਸੀਗਾ ਤੇ ਸਾਹਮਣੇ ਪੰਜਾਬ ਸਰਕਾਰ ਦੀ ਗੱਡੀ ਰੋਕੀ ਹੋਈ ਸੀ। ਅਸੀਂ ਕਹੀਏ ਵੀ ਉਹ ਡੀਐਸਪੀ ਹੈ, ਅਗਲਾ ਪੰਜਾਬ ਸਰਕਾਰ ਹੀ ਰੋਕੀ ਹੋਈ ਹੈ। ਬਿਲਕੁਲ। ਉਹ ਤਾਂ ਜੇ ਤੁਹਾਡੀ ਉਹਦੇ ਨਾਲ ਗੁੱਡ ਵਿਲਿੰਗ ਹੈ ਤਾਂ ਛੱਡ ਦੇਣਗੇ, ਨਹੀਂ ਤਾਂ ਚਲਾਨ ਕਟਾਉਣਾ ਪੈਣਾ। ਕੋਈ ਸਹੀ ਗੱਲ ਵੀ ਹੈ ਨਾਲੇ, ਤਾਂ ਹੀ ਤਾਂ ਇੰਪਰੂਵ ਹੋ ਰਿਹਾ। ਹੁਣ ਚੰਡੀਗੜ੍ਹ ਤੇ ਲੁਧਿਆਣੇ 'ਚ ਵੀ ਕਹੀਏ ਫਰਕ ਹੈ। ਉੱਥੇ ਕਿਵੇਂ ਸਾਰਾ ਮੋਨੇਟਾਈਜ਼ ਹੈ ਸਿਸਟਮ, ਬਿਲਕੁਲ ਉਹ ਚੀਜ਼ ਦਾ ਫਰਕ ਤਾਂ ਤਾਂ ਦੁਬਈ ਵਿੱਚ ਕੀ ਹੈ, ਚੀਜ਼ਾਂ ਕਾਫੀ ਅਲਾਈਨਡ ਨੇ ਐਂਡ obviously because everything is online and systematic। ਤਾਂ ਇੱਕ ਵਾਰ ਤੁਸੀਂ ਉਹ ਵਾਲਾ ਸਿਸਟਮ ਫੋਲੋ ਕਰ ਰਹੇ ਹੋ, ਤੁਹਾਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਹੈ, ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਐਵਰੀਥਿੰਗ ਇਜ਼ ਕ੍ਰਿਸਟਲ ਕਲੀਅਰ। ਉੱਥੇ ਇਹ ਨਹੀਂ ਹੈ ਕਿ ਤੁਹਾਨੂੰ ਵਿਦਆਊਟ ਐਨੀ ਇਸ਼ੂ ਹਰਾਸਮੈਂਟ ਹੋਵੇ ਕਿਸੇ ਵੀ ਚੀਜ਼ ਨੂੰ ਲੈ ਕੇ, ਉਹ ਚੀਜ਼ ਨਹੀਂ ਹੈ। ਇੱਥੇ ਕਈ ਵਾਰੀ ਆਪਾਂ ਗਲਤੀ ਨਾਲ ਵੀ, ਆਪਣੀ ਗਲਤੀ ਨਹੀਂ ਵੀ ਹੁੰਦੀ ਤਾਂ ਵੀ ਬੰਦਾ ਫਸ ਜਾਂਦਾ ਹੈ, ਬਿਲਕੁਲ ਉਹੀ ਹੈ, ਕਿਸੇ ਥਰਡ ਪਰਸਨ ਦੀ ਗਲਤੀ ਹੁੰਦੀ ਹੈ। ਪਰ ਉੱਥੇ ਤੁਸੀਂ ਇੱਕ ਈਮੇਲ, ਰਿਟਨ ਈਮੇਲ ਵੀ ਨਾ, ਇਟਸ ਅ ਪ੍ਰੂਫ। A WhatsApp chat is also proof, so you don't need to record the calls also। ਉੱਥੇ ਇਹ ਤਾਂ ਨਹੀਂ ਹੈ ਕਿ ਸ਼ੇਖਾਂ ਦੀ ਜ਼ਿਆਦਾ ਚੱਲਦੀ ਹੈ ਇਹ ਚੀਜ਼, ਕੁਛ ਹੈਗਾ ਐਵੇਂ ਦਾ? ਨਹੀਂ, ਦੇਖੋ ਆਪਣੀ ਜਗ੍ਹਾ ਤੇ ਜਿਹਦੀ ਜਗ੍ਹਾ ਹੋਵੇ ਉਹਨਾਂ ਦਾ ਹੁੰਦਾ ਤਾਂ ਹੈ ਦਾਦਾ, ਲੇਕਿਨ ਦੁਬਈ ਵਿੱਚ ਮੈਂ ਜੇ ਸ਼ੇਖਾਂ ਦੀ ਤੁਹਾਨੂੰ ਗੱਲ ਦੱਸਾਂ ਤਾਂ ਇੱਕ ਰੀਸੈਂਟ ਐਗਜ਼ਾਮਪਲ ਦੱਸਦਾ। I may be wrong also, but we heard ਕਿ ਦੁਬਈ ਦੇ ਸ਼ੇਖ ਜਿਹੜੇ ਨੇ ਉਹ ਇੰਨੇ ਜ਼ਿਆਦਾ ਆਪਣੀ ਕੰਟਰੀ ਨੂੰ ਲੈ ਕੇ ਸੀਰੀਅਸ ਨੇ ਕਿ ਇੱਕ ਤਾਂ ਨੋਰਮਲ ਦੀ ਗੱਲ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਵੀ ਦੇਖਿਆ ਹੋਏਗਾ ਕਿ ਉਹ ਇਕੱਲੇ ਆਪਣੀ ਗੱਡੀ ਲੈ ਕੇ ਆਪ ਹੀ ਘੁੰਮਦੇ ਆ, ਠੀਕ ਹੈ, ਆਪ ਹੀ ਡਰਾਈਵ ਕਰਦੇ ਆ। ਉਹ ਤੁਹਾਨੂੰ ਸੜਕਾਂ ਤੇ ਕਿਤੇ ਆਮ ਮਿਲ ਜਾਣਗੇ, ਮੈਂ ਕਈ ਵਾਰੀ ਦੇਖੇ ਆ, ਬਿਕੋਜ਼ ਅਸੀਂ ਉਹਨਾਂ ਨਾਲ ਕੰਮ ਕਰਦੇ ਆ। ਦੂਸਰੀ ਚੀਜ਼, ਉਹਨਾਂ ਨੇ ਕੁਝ ਨੋਰਮਲ ਗੱਡੀਆਂ ਵੀ ਰੱਖੀਆਂ ਹੋਈਆਂ ਨੇ, ਲਾਈਕ 3rd ਕਲਾਸ 4th ਕਲਾਸ ਟਾਈਪਸ, ਜਿਹੜੀ ਦੇਖ ਕੇ ਤੁਸੀਂ ਕਹਿ ਨਹੀਂ ਸਕਦੇ ਕਿ ਉਹਦੇ ਅੰਦਰ ਸ਼ੇਖ ਬੈਠਾ ਹੋਏਗਾ। ਉਹਦੇ ਵਿੱਚ ਉਹ ਪੂਰੇ ਸ਼ਹਿਰ ਦੀ ਰਾਉਂਡ ਮਾਰਦੇ ਆ, ਔਰ ਚੈੱਕ ਕਰਦੇ ਆ ਕਿ ਕੀ ਚੱਲ ਰਿਹਾ ਮੇਰੇ ਸ਼ਹਿਰ 'ਚ। ਸ਼ੇਖ ਇਟਸੈਲਫ, ਪੁਲਿਸ ਨਹੀਂ, ਸ਼ੇਖ ਵੀ ਪੂਰੇ ਦੁਬਈ 'ਚ ਤੁਹਾਨੂੰ ਕਿਤੇ ਨਾਕਾ ਨਹੀਂ ਮਿਲੇਗਾ ਪੁਲਿਸ ਦਾ। ਤਾਂ ਵੀ ਉੱਥੇ ਜਿਹੜਾ ਕ੍ਰਾਈਮ ਹੈ ਕੰਟਰੋਲ ਹੈ, ਬਹੁਤ ਕੰਟਰੋਲ। ਉੱਥੇ ਤਾਂ ਰੂਲ ਸੁਣ ਕੇ ਬੰਦਾ ਕਹਿੰਦਾ ਯਾਰ ਕਿਧਰੇ ਹੋਰ ਕਰ ਲਓ ਚੋਰੀ, ਇੱਥੇ ਨਾ ਕਰੋ। ਇਹ ਚੀਜ਼ ਤਾਂ ਹੈ ਹੀ ਹੈ, ਬਿਲਕੁਲ। ਲੋਕਾਂ ਦੇ ਘਰ ਖੁੱਲੇ ਰਹਿੰਦੇ ਆ, ਲੋਕ ਨਹੀਂ ਲਗਾਉਂਦੇ। ਤੁਸੀਂ ਏਸ਼ੀਆ ਦੀ ਸਭ ਤੋਂ ਵੱਡੀ ਗੋਲਡ ਮਾਰਕੀਟ ਦੁਬਈ 'ਚ ਹੈ, ਉੱਥੇ ਸ਼ਟਰ ਨਹੀਂ ਹੈਗੇ, ਰਾਤ ਤੱਕ ਖੁੱਲੀਆਂ ਰਹਿੰਦੀਆਂ, ਕੋਈ ਉੱਥੇ ਚੋਰੀ ਨਹੀਂ, ਕੋਈ ਕਿਸੇ ਨੂੰ ਡਰ ਨਹੀਂ, ਕੋਈ ਇਸ਼ੂ ਨਹੀਂ ਹੈ। ਸੋ ਪੁਲਿਸ ਨਹੀਂ ਹੈ ਸੜਕਾਂ ਤੇ, ਹੈਗੀ ਹੈ ਬਟ ਪੈਟਰੋਲਿੰਗ ਵਾਲੀ ਹੈ, ਮਤਲਬ ਕੋਈ ਨਾਕਾ ਨਹੀਂ ਹੈ, ਬਟ ਸਟਿਲ ਸਭ ਕੁਝ ਕੰਟਰੋਲ ਹੈ। ਦਿਸ ਇਜ਼ ਸਿਸਟਮ। ਉਹ ਚੀਜ਼ 'ਚ ਪਰ ਬਹੁਤ ਡਿਫਰੈਂਸ ਹੈ। ਲਾਈਕ ਤੁਸੀਂ ਜੌਬ 'ਚ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਯਾਰ ਇਹ ਗਲਤੀਆਂ ਹੁੰਦੀਆਂ ਤੇ ਮੈਂ ਨਹੀਂ ਕਰਨੀਆਂ, ਤੇ ਜੇ ਹੋ ਜੇ ਇਹਨੂੰ ਕਿਵੇਂ ਰਿਜ਼ੋਲਵ ਕਰਨਾ। ਬਿਲਕੁਲ ਸਹੀ ਹੈ। ਮੇਨਲੀ ਤੁਹਾਡੇ ਬਿਜ਼ਨਸ ਵਿੱਚ ਜਾਂ ਤੁਹਾਡੇ ਜੌਬ ਵਿੱਚ ਡਾਕੂਮੈਂਟੇਸ਼ਨ ਜ਼ਰੂਰੀ ਹੈ, ਬਹੁਤ ਪੱਕੇ ਡਾਕੂਮੈਂਟੇਸ਼ਨ ਹੋਣੇ ਚਾਹੀਦੇ ਹੈ। ਐਂਡ ਮੈਂ ਆਪਣੀ ਜਦੋਂ ਕੰਪਨੀ 'ਚ ਸੀ ਤੇ ਸਾਡੀ ਕੰਪਨੀ ਨੇ ISO ਲਿੱਤਾ ਸੀ ਉਦੋਂ। ISO ਇੱਕ ਸਟੈਂਡਰਡ ਸੈੱਟ ਕਰਦਾ ਹਰ ਕੰਪਨੀ ਦੀ, ਆਰਗੇਨਾਈਜੇਸ਼ਨ ਦੀ। ਉਹਦੇ ਵਿੱਚ ਤੁਹਾਨੂੰ ਉਹ ਅਰੇਂਜਮੈਂਟ ਸਿਖਾਉਂਦੇ ਨੇ ਜਾਂ ਡਾਕੂਮੈਂਟੇਸ਼ਨ ਕਰਨਾ ਸਿਖਾਉਂਦੇ ਆ, ਕਿਵੇਂ ਹਰ ਚੀਜ਼ ਦੀ ਡਾਕੂਮੈਂਟੇਸ਼ਨ ਤੁਸੀਂ ਕਰਨੀ ਹੈ ਵਿਦ ਨੰਬਰਿੰਗ ਐਂਡ ਵਿਦ ਰਿਕਾਰਡ। ਉਹ ਇੰਪਲੀਮੈਂਟ ਮੈਂ ਕਰਵਾਇਆ ਸੀ ਆਪਣੀ ਕੰਪਨੀ ਵਿੱਚ। ਤਾਂ ਉਹ ਵੀ ਚੀਜ਼ ਮੈਨੂੰ ਕਾਫੀ ਬੈਨੀਫਿਟ ਦਿੱਤੀ ਮੇਰੀ ਲਾਈਫ 'ਚ। ਉਹ ਦੈਟ ਵਾਸ ਵਲੰਟੀਅਰ ਉਸ ਟਾਈਮ ਤੇ ਵੀ। ਤਾਂ ਹੀ ਆਪਾਂ ਕਹਿੰਦੇ ਕਿ ਜਦੋਂ ਕਾਲਜ ਵਿੱਚ ਵੀ ਕੋਈ ਚੀਜ਼ ਹੋ ਰਹੀ ਹੁੰਦੀ ਹੈ ਤਾਂ ਜਦੋਂ ਵਲੰਟੀਅਰਨੈਸ ਸਾਹਮਣੇ ਆਉਂਦੀ ਹੈ ਤਾਂ ਯੂ ਸ਼ੁਡ ਆਲਵੇਜ਼ ਬੀ ਵਲੰਟੀਅਰ। ਪਤਾ ਲੱਗਦਾ ਕਿਉਂਕਿ ਜੇ ਤੁਸੀਂ ਕੁਝ ਨਵਾਂ ਕਰੋਗੇ ਤੁਹਾਨੂੰ ਸਿੱਖਣ ਨੂੰ ਮਿਲੇਗਾ ਕੁਝ। ਉਹੀ ਹੈ, ਮਤਲਬ ਮਾਈਂਡ ਤੇਜ਼ ਹੁੰਦਾ। ਪਹਿਲੀ ਸੋਸਾਇਟੀ 'ਚ ਕੰਮ ਕੀਤਾ, ਹੋਲਡਿੰਗ ਦ ਕੋਆਰਡੀਨੇਟਰ ਪੋਜੀਸ਼ਨ, ਤੇ ਤੁਹਾਨੂੰ ਪਤਾ ਹੁੰਦਾ ਕਿ ਯਾਰ ਆਈ ਹੈਵ ਟੂ ਡੂ ਦਿਸ ਐਂਡ ਲਿਮਿਟਸ ਤੇ। ਲਾਈਕ ਸਰ ਇੱਕ ਹੋਰ ਕੁਐਸਚਨ ਬਹੁਤ ਰਹਿੰਦਾ, ਲਾਈਕ ਤੁਸੀਂ ਆਪਾਂ ਬਿਜ਼ਨਸ ਦੀ ਗੱਲ ਕਰ ਰਹੇ ਹਾਂ, ਜਿਹੜੇ ਸੁਣਦੇ ਹੋਣਗੇ ਕਾਰ ਚਲਾ ਰਹੇ ਤੇ ਸਾਡਾ ਸ਼ੋਅ ਸੁਣ ਰਹੇ ਆ, ਉਹਨਾਂ ਨੂੰ ਇਹ ਕਿ ਯਾਰ ਹੁਣ ਆਪਾਂ ਵੀ ਬਿਜ਼ਨਸ ਸਟਾਰਟ ਕਰਨਾ ਹੈ। ਵਾਟ ਇਜ਼ ਦ ਫਰਸਟ ਸਟੈਪ? ਦੁਬਈ ਚੂਜ਼ ਕਰਨ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਕਿਹੜੀ ਸਿਟੀਜ਼ ਬੈਸਟ ਹੋਣਗੀਆਂ ਤੁਹਾਡੇ ਸਾਹਮਣੇ? ਦੇਖੋ ਜੀ, ਹਰ ਕੰਟਰੀ ਦਾ ਆਪਣਾ ਰੂਲ ਹੈ, ਆਪਣਾ ਰੈਗੂਲੇਸ਼ਨ ਹੈ, ਔਰ ਤੁਹਾਡੀ ਵੀ ਆਪਣੀ ਪ੍ਰੈਫਰੈਂਸ ਹੈ। ਹਰ ਇੱਕ ਬੰਦੇ ਦੀ ਆਪਣੀ ਪ੍ਰੈਫਰੈਂਸ ਹੈ। ਜੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਸਿਟੀਜ਼ਨਸ਼ਿਪ ਚਾਹੀਦੀ ਹੈ, I will tell you not to go in Dubai, go to any other country। ਜੇ ਤੁਹਾਨੂੰ ਇੰਡੀਆ ਨਾਲ ਪਿਆਰ ਹੈ ਔਰ ਤੁਸੀਂ ਆਪਣੀ ਲਾਈਫ ਵੀ ਅਪਗ੍ਰੇਡ ਕਰਨਾ ਚਾਹੁੰਦੇ ਹੋ, then Dubai is the best city। ਨਾਲੇ ਨੇੜੇ ਹੈ। ਇਟਸ ਲਾਈਕ 2200 ਕਿਲੋਮੀਟਰ ਅੰਮ੍ਰਿਤਸਰ ਤੋਂ ਦੁਬਈ ਹੈ, 2200 ਬੰਗਲੌਰ ਹੈ। ਸੋ ਸੇਮ। ਤੇ ਉਹ ਡਿਪੈਂਡ ਕਰਦਾ ਪਰਸਨਲ ਚੋਇਸ ਤੇ, ਤੁਸੀਂ ਕਿਸ ਤਰ੍ਹਾਂ ਦਾ ਲਾਈਫ ਚਾਹੁੰਦੇ ਹੋ ਉਸ ਹਿਸਾਬ ਨਾਲ। ਐਂਡ ਓਬਵੀਅਸਲੀ ਇਨ ਡਿਵੈਲਪਡ ਕੰਟਰੀਜ਼ ਲਾਈਕ ਕੈਨੇਡਾ, ਅਮਰੀਕਾ ਐਂਡ ਅਦਰ, ਤੁਹਾਡੀ ਜਿਵੇਂ ਸਟੱਡੀਜ਼ ਨੇ ਉਹ ਐਗਰੀਗੇਟਿਡ ਨਹੀਂ ਹੈ ਉੱਧਰ। ਉਧਰ ਜਾ ਕੇ ਤੁਹਾਨੂੰ ਦੁਬਾਰਾ ਕਰਨਾ ਪੈਂਦਾ ਹੈ, ਉਹਨਾਂ ਦੇ ਹਿਸਾਬ ਨਾਲ ਕੋਰਸ ਕਰਨੇ ਪੈਂਦੇ ਆ, ਚਾਹੇ ਤੁਸੀਂ ਡਾਕਟਰ ਵੀ ਕਿਉਂ ਨਾ ਹੋ।
ਡਾਇਰੈਕਟ ਤੁਸੀਂ ਜਾ ਕੇ ਡਾਕਟਰ ਦੀ ਜੌਬ ਨਹੀਂ ਕਰ ਸਕਦੇ, ਬਟ ਇਨ ਦੁਬਈ ਇੰਡੀਆ ਦੀ ਸਾਰੀ ਸਟੱਡੀਜ਼ ਵੈਲਿਡ ਹੈ। ਡਾਇਰੈਕਟਲੀ ਤੁਸੀਂ ਜਾ ਕੇ ਉੱਥੇ ਆਪਣੇ ਕਰੀਅਰ ਦੇ ਹਿਸਾਬ ਨਾਲ, ਆਪਣੀ ਸਟੱਡੀ ਦੇ ਹਿਸਾਬ ਨਾਲ ਜੌਬ ਕਰ ਸਕਦੇ ਹੋ, ਐਂਡ ਇਵਨ ਬਿਜ਼ਨਸ ਆਲਸੋ। ਸੋ ਬਿਜ਼ਨਸ ਜੇ ਤੁਸੀਂ ਦੁਬਈ ਸਟਾਰਟ ਕਰਨਾ ਹੈ, ਇਟਸ ਵੈਰੀ ਸਿੰਪਲ ਐਂਡ ਵੈਰੀ ਕ੍ਰਿਸਟਲ ਕਲੀਅਰ। ਟ੍ਰੇਡਿੰਗ ਵਿੱਚ ਵੀ ਦੁਬਈ ਵਿੱਚ ਜਿਵੇਂ ਮੈਨੂਫੈਕਚਰਿੰਗ ਨਹੀਂ ਹੁੰਦੀ, ਲੁਧਿਆਣਾ ਹੱਬ ਹੈ ਮੈਨੂਫੈਕਚਰਿੰਗ ਦਾ। ਤੁਸੀਂ ਇੱਥੋਂ ਚਾਹੇ ਕੋਈ ਸਪੇਅਰ ਪਾਰਟ ਫੜ ਲਓ, ਚਾਹੇ ਤੁਸੀਂ ਕੋਈ ਕਲੋਥਿੰਗ ਫੜ ਲਓ, ਹਾਊਜ਼ਰੀ, ਤੁਸੀਂ ਇਹਦੀ ਟ੍ਰੇਡਿੰਗ ਕਰ ਸਕਦੇ ਹੋ ਉੱਥੇ। ਬਹੁਤ ਅੱਛਾ ਆਪਸ਼ਨ ਹੈ। ਹਾਂਜੀ, ਬਟ ਇੱਕ ਮੇਨ ਬਿਜ਼ਨਸ ਹੀ ਹੋ ਜਾਏਗਾ ਪੂਰਾ। ਮੇਨ ਤੁਸੀਂ ਕਰ ਸਕਦੇ ਹੋ। ਬਾਕੀ ਜੇ ਤੁਸੀਂ ਟੈਕਨੀਕਲ ਫੀਲਡ 'ਚ ਆਉਣਾ ਚਾਹੁੰਦੇ ਹੋ, ਓਕੇ, ਤਾਂ ਟੈਕਨੀਕਲ ਵਿੱਚ ਜਿਵੇਂ ਮੋਟਰਸ ਹੋ ਗਈਆਂ ਤੁਹਾਡੀ, ਕਿਉਂਕਿ ਦੁਬਈ ਵਿੱਚ ਕੀ ਹੈ, ਜਿਵੇਂ ਤੁਸੀਂ ਦੇਖੋ ਵੱਡੀ ਵੱਡੀ ਬਿਲਡਿੰਗਸ ਨੇ, ਠੀਕ ਹੈ, ਉੱਥੇ ਹਰ ਬਿਲਡਿੰਗ 'ਚ AC HVACs ਲੱਗੇ ਹੋਏ ਨੇ, ਸਭ ਸੈਂਟਰਲਾਈਜ਼ਡ ਨੇ, ਤਾਂ ਮੇਨਟੇਨੈਂਸ ਦਾ ਬਹੁਤ ਕੰਮ ਹੈ। ਓਕੇ, ਮੇਨਟੇਨੈਂਸ ਆਫ, ਜਿਵੇਂ ਆਪਣੀ ਫੀਲਡ ਸਾਰੀ ਇੱਥੇ ਟੈਕਨੀਕਲ ਫੀਲਡਸ ਨੇ, ਇੰਜੀਨੀਅਰਿੰਗ ਫੀਲਡਸ, ਤਾਂ ਕਿ ਮੇਨਟੇਨੈਂਸ ਦੀ ਕੰਪਨੀ ਜੇ ਬੰਦਾ ਸੋਚੇ ਕਿ ਮੈਂ ਬਿਜ਼ਨਸ ਸਟਾਰਟ ਕਰਨਾ ਦੁਬਈ 'ਚ, ਤੇ ਇਟ ਵਿਲ ਬੀ ਏ ਗ੍ਰੇਟ ਬਿਜ਼ਨਸ। ਲਾਈਕ AC सर्विस हो गया, यस, HVAC सर्विस हो गया, देन योर ਹੀਟਰ ਸਰਵਿਸ ਹੋ ਗਿਆ। ਹੀਟਰ ਤਾਂ ਵੈਸੇ ਘੱਟ ਚੱਲਦੇ ਨੇ ਉੱਥੇ, ਲਿਮਿਟਡ ਜਗ੍ਹਾ ਤੇ ਚੱਲਦੇ ਨੇ। ਹੋਰ ਆਪਾਂ ਥੋੜੀ ਜਿਹੀ ਨਾਮ ਲਈਏ ਟ੍ਰੇਡਿੰਗ ਦਾ, ਮਤਲਬ ਹੋਰ ਕਿਹੜਾ ਹੈ ਬਿਜ਼ਨਸ? ਟ੍ਰੇਡਿੰਗ ਵਿੱਚ ਤੁਸੀਂ ਸਪਾਈਸਿਸ ਹੋ ਗਏ, ਸਪਾਈਸਿਸ, ਠੀਕ ਹੈ, ਸਪਾਈਸਿਸ ਦੀ ਟ੍ਰੇਡਿੰਗ ਕਾਫੀ ਅੱਛੀ ਹੈ, ਸਾਰੀ ਆਪਣੀ ਇੱਥੋਂ ਜਾਂਦੀ ਹੈ। ਰਾਈਸ ਟ੍ਰੇਡਿੰਗ ਹੋ ਗਈ, ਓਕੇ, ਰਾਈਸ ਵੀਟ, ਇਹ ਸਭ ਰਾਈਸ ਆਪਣਾ ਫਿਰੋਜ਼ਪੁਰ ਤੋਂ ਕਾਫੀ ਜਾਂਦਾ ਹੈ ਉੱਥੇ। ਮਤਲਬ ਇਹ ਬਿਜ਼ਨਸ ਆਪਾਂ ਉੱਥੇ ਜਾ ਕੇ ਕਰ ਸਕਦੇ ਹਾਂ। ਚਲੋ ਬੰਦਾ ਕਹਿੰਦਾ ਪਹਿਲੇ ਬਿਜ਼ਨਸ ਨਹੀਂ ਕਰਨਾ, ਜੌਬ ਪਹਿਲੇ ਪਤਾ ਤਾਂ ਲੱਗ ਜਾਏ ਤੇ ਦੁਬਈ ਹੁੰਦਾ ਕੀ ਹੈ। ਦੁਬਈ ਵਿੱਚ ਜੇ ਤੁਸੀਂ ਜਾ ਕੇ ਆਪਣਾ ਕਰੀਅਰ ਸਟਾਰਟ ਕਰਨਾ ਚਾਹੁੰਦੇ ਹੋ, ਤਾਂ ਆਈ ਵਿਲ ਪ੍ਰੈਫਰ ਟੂ ਡੂ ਸੇਲਸ ਜੌਬ। ਲਾਈਕ ਆਪਾਂ ਹੁਣ ਜਿਵੇਂ ਡੋਨਟ ਡੂ ਸਿਟਿੰਗ ਜੌਬ, ਆਫਿਸ ਜੌਬ ਅਵੋਇਡ ਕਰੋ। ਓਕੇ, ਅਦਰਵਾਈਜ਼ ਯੂ ਵਿਲ ਨਾਟ ਗੈਟ ਐਕਸਪੋਜ਼ਰ। ਓਕੇ, ਜਿਵੇਂ ਆਪਣੇ ਸਟੂਡੈਂਟਸ ਬੀਟੈਕ ਤੇ ਦੇਖ ਰਹੇ ਨੇ, ਤੇ ਉਹ ਕੁਝ ਹੁਣ ਫੀਲਡ ਕੋਈ ਆਪਣੀ ਇੰਜੀਨੀਅਰਿੰਗ ਕਰ ਰਹੇ ਨੇ ਪਾਰਟਿਕੂਲਰ ਫੀਲਡ, ਤੇ ਹੁਣ ਉੱਥੇ ਜਾ ਕੇ ਉਹਨਾਂ ਨੂੰ ਕਿਵੇਂ, ਲਾਈਕ ਕੀ ਪ੍ਰੋਸੈਸ ਰਹੇਗਾ, ਜੌਬ ਦਾ ਕੀ ਪ੍ਰੋਸੈਸ ਰਹੇਗਾ? ਕਿਉਂਕਿ ਆਫ ਕੈਂਪਸ ਹੀ ਲੈਣੀ ਪਏਗੀ, ਮਿਲ ਜਾਂਦੀ ਹੈ ਪਹਿਲੇ? ਇੱਕ ਸਵਾਲ ਹੁੰਦਾ, ਮਿਲ ਜਾਂਦੀ ਹੈ। ਦੇਖੋ, ਅਪਲਾਈ ਕਰੋਗੇ ਤਾਂ ਮਿਲ ਸਕਦੀ ਹੈ, ਬਿਨਾਂ ਅਪਲਾਈ ਕਰੇ ਤਾਂ ਮਿਲਣੀ ਵੀ ਨਹੀਂ ਹੈ। ਤਾਂ ਆਪਣਾ ਕੰਮ ਅਪਲਾਈ ਕਰਨਾ। ਓਕੇ, ਔਰ ਦੁਬਈ ਦਾ ਬੈਸਟ ਪਾਰਟ ਹੈ ਕਿ ਤੁਸੀਂ ਇੱਥੇ ਬਹਿ ਕੇ ਵੀ ਕਰ ਸਕਦੇ ਹੋ, ਯੂ ਡੋਨਟ ਨੀਡ ਟੂ ਗੋ देयर ਐਂਡ ਸਰਚ। ਐਂਡ ਜੇ ਤੁਹਾਡਾ ਕੋਈ ਰੈਫਰੈਂਸ ਹੈ ਦੈਨ ਇਟਸ ਗੁੱਡ। ਅਦਰਵਾਈਜ਼ ਤੁਸੀਂ ਨੌਕਰੀ ਗਲਫ ਹੈ, ਠੀਕ ਹੈ, ਜਿਹੜੇ ਆਪਣੀ ਵੈਬਸਾਈਟ ਜੌਬ ਇੰਡੀਡ ਹੋ ਗਿਆ, ਇਹਨਾਂ ਸਾਰਿਆਂ ਤੋਂ ਤੁਸੀਂ ਆਪਣਾ CV ਅਪਲੋਡ ਕਰਕੇ ਯੂ ਕੈਨ ਸਰਚ ਐਂਡ ਯੂ ਕੈਨ ਅਪਲਾਈ ਫॉर द ਪੋਜੀਸ਼ਨਸ ਇਨ ਦੁਬਈ। ਐਂਡ ਤੁਸੀਂ ਸਕਾਈਪ ਇੰਟਰਵਿਊਜ਼ ਕਰ ਸਕਦੇ ਹੋ, ਐਂਡ ਦੇ ਵਿਲ ਗਿਵ ਯੂ ਵੀਜ਼ਾ, ਐਂਡ ਦੈਨ ਤੁਸੀਂ ਜਾ ਕੇ ਆਪਣਾ ਜੌਬ ਸਟਾਰਟ ਕਰੋ। ਸੋ ਸਰ ਆਪਾਂ ਜਿਵੇਂ ਕਿਹਾ ਕਿ ਜੌਬ ਲੈਣੇ ਆ ਉੱਥੇ, ਤੇ ਇੱਕ ਹਰ ਇੱਕ ਦੇ ਮਨ ਚ ਰਹਿੰਦਾ ਕਿ ਯਾਰ ਪੈਸੇ ਕਿੰਨੇ ਮਿਲਦੇ ਸਾਨੂੰ, ਵਾਟ ਇਜ਼ ਦ, ਆਪਾਂ ਕਹੀਏ ਐਵਰੇਜ ਵੇਜ ਕਿੰਨੇ ਮਿਲ ਜਾਂਦੀ ਹੈ? ਪਹਿਲੇ ਆਪਾਂ ਜੌਬ ਦੀ ਗੱਲ ਕਰਦੇ ਹਾਂ। ਫॉर ਅ ਬੀਟੈਕ ਇੰਜੀਨੀਅਰ ਮੈਂ ਗੱਲ ਕਰਾਂਗਾ ਪਹਿਲਾਂ, ਬਿਕਾਜ਼ ਆਪਾਂ ਬੀਟੈਕ ਦੀ ਗੱਲ ਕਰ ਰਹੇ ਹਾਂ, ਤਾਂ ਮੈਂ ਕਹੂੰਗਾ ਕਿ 4 to 5,000 ਦਿਰਹਮ ਦੇ ਐਵਰੇਜ ਰੇਂਜ। ਲੱਖ ਰੁਪਏ ਲੱਗ ਜੇ ਆਪਾਂ 20 ਨਾਲ ਜੇ ਕਰੀਏ ਐਵਰੇਜ, ਹਾਂਜੀ। ਤੇ ਜਿਹਦੇ ਵਿੱਚ ਤੁਹਾਨੂੰ ਕਹਿ ਲਓ ਕਿ ਦਿਸ ਇਜ਼ ਅ ਡੀਸੈਂਟ ਸਟਾਰਟ ਫॉर ਯੋਰ ਕਰੀਅਰ। ਇਸ ਤੋਂ ਥੱਲੇ ਤੁਸੀਂ ਜੇ ਮਿਲ ਰਿਹਾ ਤਾਂ ਨਾ ਲਓ, ਓਕੇ, ਇਸ ਤੋਂ ਉੱਪਰ ਜੋ ਮਿਲਦਾ ਤਾਂ ਅੱਛੀ ਗੱਲ ਹੈ। ਐਂਡ ਉੱਥੇ ਖਰਚੇ ਕਿੰਨੇ ਕੁ ਹੁੰਦੇ ਆ? ਲਾਈਕ 1 ਲੱਖ ਇਫ ਸਮਵਨ ਇਜ਼ ਅਰਨਿੰਗ, what he is spending ਇਹਦਾ ਜੀ ਦੇਖੋ, ਸਟਾਰਟਿੰਗ ਤੁਸੀਂ ਜਿਵੇਂ ਜਾਂਦੇ ਹੋ ਤਾਂ ਯੂ ਕੈਨ ਆਲਵੇਸ ਗੋ ਫॉर ਅ ਸ਼ੇਅਰਿੰਗ ਅਕੋਮੋਡੇਸ਼ਨ, ਓਕੇ, ਐਂਡ ਲਾਈਕ ਇੱਕ ਰੂਮ 'ਚ ਤੁਸੀਂ 2 ਜਣੇ ਰਹਿ ਰਹੇ ਹੋ ਜਿਵੇਂ ਫॉर ਐਗਜ਼ਾਮਪਲ, ਤਾਂ 1000 ਤੋਂ 1500 ਦਰਾਮ ਦੇ ਵਿੱਚ ਤੁਹਾਨੂੰ ਰਿਹਾਇਸ਼ ਮਿਲਦੀ ਹੈ, ਓਕੇ, ਤੇ 500 ਤੋਂ 700 ਦਰਾਮ ਤੁਸੀਂ ਆਪਣਾ ਖਾਣ ਪੀਣ ਤੇ ਲਗਾਉਂਦੇ ਹੋ, ਐਂਡ ਤੁਸੀਂ ਮੰਨ ਕੇ ਚੱਲੋ ਕਿ ਤੁਹਾਡਾ 2.5 ਤੋਂ 3000 ਦਰਾਮ ਦਾ ਖਰਚਾ ਹੈਗਾ, 2.5 ਤੋਂ 3, ਠੀਕ ਹੈ, ਇਨੀਸ਼ੀਅਲੀ। ਇਹ ਮੈਂ ਖੁੱਲਾ ਫੜ ਕੇ ਚੱਲ ਰਿਹਾ, ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਹੈ। ਹੁਣ ਤੁਸੀਂ ਕੱਟ ਛੋਟ ਭਾਵੇਂ ਜਿੰਨਾ ਮਰਜ਼ੀ ਕਰ ਲਓ, 30% ਸਪੈਂਡ ਕਰਦੇ ਹੋ, 70% ਸੇਵ। ਹਾਂ, ਕਰਨ ਵਾਲੇ ਮਤਲਬ 1000-1200 ਜੋ ਗੁਜ਼ਾਰਾ ਕਰ ਰਹੇ ਆ, ਓਕੇ, ਠੀਕ ਹੈ, ਬਟ ਮੈਂ ਆਪਣੀ ਦੱਸ ਰਿਹਾ, ਮੈਂ ਤਾਂ ਸਟਾਰਟ ਕੀਤਾ ਸੀ, ਓਕੇ, ਹਾਂ, ਤਾਂ 2.5 ਤੋਂ 3000 ਤੁਸੀਂ ਉੱਥੇ ਸਪੈਂਡ ਕਰ ਰਹੇ ਹੋ, ਤਾਂ ਵੀ ਤੁਹਾਡਾ ਜੇ 1000 ਦਰਾਮ ਵੀ ਮਹੀਨੇ ਦੇ ਸਟਾਰਟਿੰਗ ਪਹਿਲੇ ਮਹੀਨੇ ਹੀ ਬਚਣਾ ਸ਼ੁਰੂ ਹੋ ਗਿਆ, ਤਾਂ ਇਟਸ ਅ ਗੁੱਡ ਥਿੰਗ। ਐਂਡ ਇੱਕ ਗੱਲ ਕਰਦੇ ਆ ਬਿਜ਼ਨਸ ਦੀ ਵੀ, ਥੋੜੀ ਜਿਹੀ ਐਵਰੇਜ ਮੰਨ ਕੇ ਚੱਲੀਏ ਕਿ ਕਈ ਜਾਂਦੇ ਚੱਲ ਜੌਬ ਤਾਂ ਕਰ ਰਹੇ ਆ, ਦੈਨ ਆਪਾਂ ਸ਼ਿਫਟ ਹੋਣਾ ਬਿਜ਼ਨਸ 'ਚ, ਉੱਥੇ ਕਿੰਨੀ ਕੁ ਐਵਰੇਜ ਬਣ ਜਾਂਦੀ ਹੈ? ਹਰ ਬਿਜ਼ਨਸ ਦੇ ਦੇਖੋ ਜੀ, ਕੋਈ ਐਵਰੇਜ ਨਹੀਂ ਹੁੰਦੀ, ਬਿਕੋਜ਼ ਤੁਸੀਂ ਵੀ ਬਿਜ਼ਨਸ ਬੈਕਗ੍ਰਾਉਂਡ ਤੋਂ, ਬਿਜ਼ਨਸ ਦੀ ਕੋਈ ਐਵਰੇਜ ਨਹੀਂ ਹੈ। ਬਿਜ਼ਨਸ ਤਾਂ ਸਕਾਈ ਇਜ਼ ਅ ਲਿਮਿਟ, ਕਦ ਤੁਸੀਂ ਮਤਲਬ ਕਰੋੜਾਂ 'ਚ ਵੀ ਹੁੰਦੇ ਹੋ, ਕਈ ਵਾਰ ਤੁਸੀਂ ਹਜ਼ਾਰਾਂ 'ਚ ਵੀ ਹੁੰਦੇ ਹੋ, ਯੂ ਕੈਨੋਟ ਡਿਫਾਈਨ ਬਿਜ਼ਨਸ ਦਾ ਆਊਟਪੁੱਟ, ਇਹ ਤੁਸੀਂ ਡਿਫਾਈਨ ਨਹੀਂ ਕਰ ਸਕਦੇ। ਬਟ ਹਾਂ, ਇੱਕ ਫਿਕਸ ਬਿਜ਼ਨਸ ਜੇ ਮੰਨ ਲਓ ਫॉर ਐਗਜ਼ਾਮਪਲ ਲਾਈਕ ਤੁਸੀਂ ਇੱਕ ਰੈਸਟੋਰੈਂਟ ਖੋਲ ਰਹੇ, ਬਿਕੋਜ਼ ਮੇਰੀ ਰੈਸਟੋਰੈਂਟ ਦੀ ਵੀ ਚੇਨ ਹੈ ਉੱਥੇ, ਓਕੇ, ਅਸੀਂ ਮੇਰੇ ਵਿੱਚ ਵੀ ਸ਼ੇਅਰਸ ਹੈਗੇ ਨੇ, ਐਂਡ ਆਈ ਯੂਜ਼ਡ ਟੂ ਡੂ ਲਾਊਂਜ ਆਲਸੋ ਬਿਫੋਰ ਕੋਵਿਡ। ਮੇਰਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ,
ਐਂਡ ਇੱਕ ਰੈਸਟੋਰੈਂਟ ਫੀਲਡ ਵਿੱਚ ਤੁਸੀਂ ਮੰਨ ਕੇ ਚੱਲੋ ਤੁਹਾਨੂੰ ਅਰਨਿੰਗ ਉਧਰਲੇ 20 ਤੋਂ 25,000 ਦਰਾਮ ਪਰ ਮੰਥ ਹੋ ਜਾਂਦੀ ਹੈ ਮੰਥਲੀ। ਯੈਸ ਦੁਬਈ ਨਾਲੇ ਵਧੀਆ ਖਰਚਾ ਵਗੈਰਾ ਕੱਟ ਕੁੱਟ ਕੇ ਆਪਣਾ ਸੇਵ ਅੱਛੀ ਤਰ੍ਹਾਂ ਕਰ ਸਕਦੇ 5 ਲੱਖ ਰੁਪਇਆ ਇੰਡੀਆ ਦਾ ਸਾਰਾ ਬਣ ਜਾਂਦਾ, ਸੋ ਬਹੁਤ ਵਧੀਆ ਇਨਕਮ ਹੈ। ਹਾਂਜੀ ਬਟ ਉਸ ਤੋਂ ਪਹਿਲਾਂ ਤੁਹਾਡਾ ਜਿਹੜਾ ਦਿਮਾਗ ਆ ਉਹ ਵੀ ਲੱਖ ਤੋਂ 6 ਲੱਖ ਹੋਣਾ ਚਾਹੀਦਾ। ਉਹ ਤਾਂ ਹੈ ਹੀ ਬਿਲਕੁਲ ਯਾਰ ਗਰੋਇੰਗ। ਹਾਂ ਐਂਡ ਦੂਸਰੀ ਚੀਜ਼ ਮੈਂ ਕਹੂੰਗਾ ਕਿ ਕਦੀ ਵੀ ਕਿਸੇ ਵੱਲ ਦੇਖ ਕੇ ਕੋਈ ਆਪਣੀ ਫੀਲਡ ਨਾ ਛੱਡੇ। ਬਿਲਕੁਲ ਹਰ ਬੰਦੇ ਦੀ ਫੀਲਡ ਵਧੀਆ ਹੈ, ਫੀਲਡ ਕੋਈ ਮਾੜੀ ਨਹੀਂ ਹੁੰਦੀ। ਬਸ ਇਹ ਹੈ ਕਿ ਆਪਣੀ ਫੀਲਡ 'ਚ ਤੁਸੀਂ ਕਿਵੇਂ ਐਕਸੈਲ ਕਰਨਾ ਹੈ ਤੁਹਾਨੂੰ ਪਤਾ ਹੈ। ਜੇ ਤੁਸੀਂ ਇਹ ਦੇਖੋਗੇ ਕਿ ਦੂਜਾ ਬੰਦਾ ਮੇਰੇ ਨਾਲ ਦਾ ਮੇਰੇ ਤੋਂ ਵੱਧ ਕਮਾ ਰਿਹਾ ਹੈ ਤੇ ਮੇਰੀ ਫੀਲਡ ਸ਼ਾਇਦ ਮਾੜੀ ਹੈ ਮੈਂ ਤਾਂ ਘੱਟ ਕਮਾ ਰਿਹਾ, ਤਾਂ ਤੁਸੀਂ ਗਲਤ ਹੋ। ਡੋਂਟ ਕੰਪੇਅਰ ਨਹੀਂ ਕਰਨਾ ਐਟ ਆਲ। ਐਵਰੀਬਾਡੀ ਇਜ਼ ਯੂਨੀਕ, ਐਵਰੀ ਫੀਲਡ ਇਜ਼ ਯੂਨੀਕ। ਤੇ ਸਰ ਇੱਕ ਗੱਲ ਕਰ ਲਈ ਆਪਣੀਆਂ ਭੈਣਾਂ ਵੀ ਦੇਖਦੀਆਂ ਹੋਣਗੀਆਂ, ਹਾਂਜੀ ਆਪਾਂ ਗੱਲ ਕਰ ਲਈ ਕਿ ਮੁੰਡੇ ਤਾਂ ਜਾ ਕੇ ਉੱਥੇ ਕੰਮ ਕਰ ਲੈਂਦੇ, ਬਟ ਵਾਟ ਅਬਾਊਟ ਦ ਗਰਲਸ, ਉਹਨਾਂ ਦਾ ਕੀ ਹੋਏਗਾ ਉੱਥੇ ਵਿਜ਼ਨ, ਲਾਈਕ ਕਿਵੇਂ ਜਾਣ ਸਕਦੇ ਆ ਉੱਥੇ ਓਪਰਚੁਨਿਟੀ ਹੈਗੀ ਹੈ ਕਿ ਨਹੀਂ? ਤੁਸੀਂ ਬੜਾ ਸਹੀ ਸਵਾਲ ਪੁੱਛਿਆ ਵਾਲਾ ਐਂਡ ਆਈ ਰੀਲੀ ਵਾਂਟਡ ਟੂ ਹਾਈਲਾਈਟ ਔਨ ਦਿਸ ਟੌਪਿਕ ਕਿ ਆਈ ਬਿਲੀਵ Dubai is the safest country for girls in the whole world. Main factory यही होता है। मैं ये comment कर सकता because I've been to Europe. I traveled a lot in Europe. I've been to other countries as well. ठीक है, इंडिया तो मैं रहा ही हाँ, but ਜਿਹੜੀ safety and security ਕੁੜੀਆਂ ਦੀ ਦੁਬਈ 'ਚ ਮੈਂ ਦੇਖੀ ਹੈ ਸ਼ਾਇਦ ਹੀ ਕਿਸੇ ਕੰਟਰੀ 'ਚ ਹੋਵੇ। ਮੇਰੀ ਵਾਈਫ ਰਾਤ ਨੂੰ 2 ਵਜੇ ਵੀ ਜਾ ਕੇ ਸ਼ਾਪਿੰਗ ਕਰ ਸਕਦੀ ਹੈ ਆਪਣੀ ਗੱਡੀ ਲੈ ਕੇ ਇਕੱਲੀ, ਕੋਈ ਇਸ਼ੂ ਨਹੀਂ ਹੈ। ਮੇਨ ਫੈਕਟਰੀ ਸੜਕਾਂ ਤੇ ਤੁਸੀਂ ਘੁੰਮ ਸਕਦੇ ਹੋ ਭਾਜੀ ਉੱਥੇ, ਕੋਈ ਇਸ਼ੂ ਨਹੀਂ ਹੈ। 24/7 ਮਤਲਬ ਇੱਥੇ ਆਪਾਂ ਦੇਖਦੇ ਹਾਂ ਕਿ ਚਲੋ ਆਪਾਂ ਆਪ ਹੀ ਪ੍ਰੈਫਰ ਨਹੀਂ ਕਰਦੇ ਇਹ ਚੀਜ਼ਾਂ, ਠੀਕ ਹੈ, ਆਪਾਂ ਆਪਣੀ ਫੈਮਿਲੀ ਨਾਲ ਵੀ ਨਹੀਂ ਨਿਕਲਦੇ ਰਾਤ ਨੂੰ 10 ਵਜੇ ਮੈਕਸਿਮਮ ਕ੍ਰਾਈਮ ਰੇਟ ਉੱਥੇ ਬੀਇੰਗ ਅ ਸਿੰਗਲ ਗਰਲ ਆਲਸੋ there is no issue at all and ਕੁੜੀਆਂ ਉੱਥੇ ਜ਼ਿਆਦਾ ਸਕਸੈਸਫੁਲ ਨੇ ਮੁੰਡਿਆਂ ਤੋਂ। ਓਕੇ ਹਾਂ ਪਰ ਉਹ ਚੀਜ਼ ਦੇਖ ਕੇ ਜਿਹੜੇ ਬਾਕੀ ਦੇ ਗਲਫ ਕੰਟਰੀਜ਼ ਨੇ ਸਪੈਸ਼ਲੀ ਲਾਈਕ ਸਾਊਦੀ, ਉਹਨਾਂ ਨੇ ਵੀ ਆਪਣੀ ਚੀਜ਼ਾਂ ਨੂੰ ਚੇਂਜ ਕਰਨਾ ਸ਼ੁਰੂ ਕਰਤਾ, ਲਾਜ਼ ਨੂੰ ਚੇਂਜ ਕਰਨਾ ਸਟਾਰਟ ਕਰਤਾ ਹੈ। ਸਾਊਦੀ ਅਰੇਬੀਆ ਵਾਸ ਵੈਰੀ ਸਟ੍ਰਿਕਟ ਅਰਲੀਅਰ ਰਿਗਾਰਡਿੰਗ ਗਰਲਸ, ਹੁਣ ਉੱਥੇ ਗਰਲਸ ਨੂੰ ਲਾਇਸੈਂਸ ਦੇਣਾ ਸਟਾਰਟ ਕਰਤਾ ਹੈ। ਗਰਲਸ ਕੈਨ ਡੂ ਵਰਕ ਆਲਸੋ ਓਵਰ देयर, so they are also changing, but Dubai is an example. Dubai ਨੇ example set ਕੀਤਾ ਬਾਕੀ ਕੰਟਰੀਜ਼ ਲਈ। ਯੈਸ ਗਲਫ ਸਾਰੇ ਕਰ ਰਹੇ ਬਿਲਕੁਲ। ਹਾਂ because Dubai is known for tourism and for its cosmopolitical ਮਾਹੌਲ ਜਿਹੜਾ ਉੱਥੇ ਦਾ ਹੈਗਾ। ਐਵਰੀ ਕੰਟਰੀ ਦਾ ਸਿਟੀਜ਼ਨ ਤੁਹਾਨੂੰ ਉੱਥੇ ਮਿਲੇਗਾ ਐਂਡ ਹਰ ਤਰ੍ਹਾਂ ਦੇ ਲੋਕ ਮਿਲਣਗੇ, ਬੀ ਇਟ ਵੈਸਟਰਨ ਕਲਚਰ, ਬੀ ਇਟ ਇੰਡੀਅਨ ਕਲਚਰ, ਬੀ ਇਟ ਲੋਕਲਸ, ਤੁਹਾਨੂੰ ਹਰ ਤਰ੍ਹਾਂ ਦੇ ਲੋਕ ਉੱਥੇ ਦੇਖਣ ਨੂੰ ਮਿਲਣਗੇ ਔਰ ਹਰ ਤਰ੍ਹਾਂ ਦਾ ਮਾਹੌਲ ਮਿਲੇਗਾ। ਕੋਈ ਰੋਕ ਟੋਕ ਨਹੀਂ ਹੈ, ਕੋਈ ਇਸ਼ੂ ਨਹੀਂ ਹੈ, ਜਦ ਤੱਕ ਤੁਸੀਂ ਆਪਣੀ ਲਿਮਿਟ 'ਚ ਹੋ ਐਵਰੀਥਿੰਗ ਇਜ਼ ਫਾਈਨ। ਈਵਨ ਡਰਿੰਕ ਐਂਡ ਡਰਾਈਵ ਵਿੱਚ ਵੀ ਤੁਹਾਨੂੰ ਕੋਈ ਨਾਕੇ ਤੇ ਰੋਕ ਕੇ ਤੁਹਾਡਾ ਮੂੰਹ 'ਚ ਪਾਈਪ ਪਾ ਕੇ ਨਹੀਂ ਚੈੱਕ ਕਰੇਗਾ ਤੁਸੀਂ ਡਰਿੰਕ ਕੀਤੀ ਕਿ ਨਹੀਂ ਕੀਤੀ। ਜੇ ਤੁਸੀਂ ਡਰਿੰਕ ਕਰਕੇ ਘਰੇ ਪਹੁੰਚ ਗਏ ਹੋ ਯੂ ਆਰ ਓਕੇ। ਜੇ ਤੁਸੀਂ ਗੱਡੀ ਠੋਕਦੀ ਤਾਂ ਤੁਹਾਨੂੰ ਠੋਕ ਦੇਣਗੇ। ਮੈਂ ਸੁਣਿਆ ਵੀ ਹੈ ਕਿ ਸਿੱਧਾ ਲਾਈਕ ਜੇਲ੍ਹ ਘੱਟ ਹੁੰਦੀ, ਜਿਹੜੇ ਇੰਡੀਆ ਤੋਂ ਜਾਂਦੇ ਆ ਉਹਦਾ ਰਿਪੋਰਟ ਹੋ ਜਾਂਦੀ ਹੈ। 25,000 ਦਰਾਮ ਮਿਨੀਮਮ ਫਾਈਨ ਹੈ ਇਨੀਸ਼ੀਅਲ ਐਂਡ ਦੈਨ ਡਿਪੋਰਟ। ਡਿਪੋਰਟ ਯੈਸ ਸੈਕੰਡ ਟਾਈਮ ਤੁਹਾਡੇ ਮਗਰ ਡਿਪੋਰਟ ਹੋ ਜਾਂਦਾ। ਬਟ ਮੈਂ ਅਗੇਨ ਆਮ ਟੈਲਿੰਗ ਯੂ, ਜੇ ਤੁਸੀਂ ਰੋਲਾ ਪਾਇਆ ਉੱਥੇ ਪੀ ਕੇ ਹੁੜਦੰਗ ਮਚਾਇਆ then only action will taken on you, otherwise no. People are drinking, people are doing parties, ਸਭ ਤੋਂ ਸੇਫ ਨਾਈਟ ਕਲੱਬਸ ਨੇ ਉੱਥੇ, ਕੋਈ ਇਸ਼ੂ ਨਹੀਂ ਹੈ, ਤੁਸੀਂ ਫੈਮਿਲੀ ਨਾਲ ਵੀ ਜਾ ਕੇ ਇੰਜੋਏ ਕਰ ਸਕਦੇ ਹੋ। ਜੌਬ ਸੇ ਮੈਂ ਗੱਲ ਕਰੀ ਗਰਲਸ ਆ ਰਹੀਆਂ ਉੱਥੇ ਜੌਬ ਬਿਜ਼ਨਸ, ਉਹਨਾਂ ਦੀ ਕਿਵੇਂ ਓਪਰਚੁਨਿਟੀ ਸੇਮ ਐਜ਼ ਮੈਨ? even more I can say, because girls are more strong in sales. And Dubai is, as I told you, for sales people, Dubai is like a best place. You can grow n number, so there is no limit for your growth agar ਤੁਸੀਂ sales field ਫੜ ਲਈ, especially for girls, because ਉੱਥੇ ਹਰ ਚੀਜ਼ ਦੀ sales ਹੈ। ਰੀਅਲ ਏਸਟੇਟ ਬਹੁਤ ਵੱਧ ਰਿਹਾ ਹੈ, ਰੀਅਲ ਏਸਟੇਟ ਦੀ ਵੀ ਕੰਪਨੀਆਂ ਬਹੁਤ ਜ਼ਿਆਦਾ ਉੱਥੇ ਡਿਵੈਲਪ ਆ ਰਹੀਆਂ, then construction ਬਹੁਤ ਜ਼ਿਆਦਾ ਹੋ ਰਿਹਾ, ਜੇ ਰੀਅਲ ਏਸਟੇਟ ਆ ਰਿਹਾ ਤਾਂ construction ਵੀ ਨਾਲ ਪੈਰਲਲ ਜਾ ਰਿਹਾ, and then every field is attached to this real estate and construction. Like for men and women opportunities are same. And it is the safest country, and workplace for girls is more safe than India. Yes. ਕਿਉਂਕਿ ਇੰਡੀਆ 'ਚ ਆਪਾਂ ਸੁਣਦੇ ਹਾਂ ਕੇਸਿਸ ਹੁੰਦੇ ਨੇ and ਥੋੜਾ ਜਿਹਾ it's not easy for a lady, for a work or a girl to work anywhere in India, right? But ਉੱਥੇ ਇਹ ਚੀਜ਼ ਨਹੀਂ ਹੈ, rules are very strict। 2 ਮਿੰਟ ਦਾ ਟਾਈਮ ਲੈਪਸ ਹੈ
ਓਕੇ ਪੁਲਿਸ ਦਾ ਆਉਣ ਨੂੰ, ਠੀਕ ਹੈ ਹਾਂ ਉਹੀ ਸੀ ਐਂਬੂਲੈਂਸ ਦਾ, ਆਪਾਂ ਹੈਲਥ ਸਿਸਟਮ ਦੀ ਵੀ ਗੱਲ ਕਰਦੇ ਆ ਆਪਾਂ ਲਾਈਕ ਪੀਆਰ ਤਾਂ ਮਿਲਦੀ ਨਹੀਂ ਸਿਟੀਜ਼ਨਸ਼ਿਪ ਹੁੰਦੀ ਹੈ ਆਪਣੀ ਸੋ ਹੈਲਥ ਸਿਸਟਮ ਕਿਵੇਂ ਰਹਿੰਦਾ ਆਪਣਾ ਜੇ ਕੁਝ ਹੋ ਜੇ ਮੈਡੀਕਲ ਐਕਸਪੈਂਸਿਵ ਹੁੰਦਾ ਮੈਂ ਨਾ ਇਸ ਚੀਜ਼ ਨੂੰ ਇਸ ਐਂਗਲ ਨਾਲ ਵੇਖਦਾ, ਤੁਸੀਂ ਵੀ ਇਹ ਚੀਜ਼ ਨਾਲ ਇਸ ਐਂਗਲ ਨਾਲ ਦੇਖਣ ਦੀ ਕੋਸ਼ਿਸ਼ ਕਰੋ ਕਿ ਕੈਨੇਡਾ ਅਮਰੀਕਾ 'ਚ ਆਪਣਾ 36 to 37% ਟੈਕਸ ਹੈ। ਟੈਕਸ ਯਾ ਔਨ ਜੌਬ On ਔਨ job. ਬਿਜ਼ਨਸ ਯੈਸ ਮੈਂ 100 ਰੁਪਏ ਕਮਾਉਣਾ, ਮੈਂ 36 ਰੁਪਏ ਦੇ ਰਿਹਾ, ਬਿਲਕੁਲ ਉਹਦੇ ਬਦਲੇ 'ਚ ਮੈਨੂੰ ਐਜੂਕੇਸ਼ਨ ਫ੍ਰੀ ਮਿਲ ਰਹੀ ਹੈ ਐਂਡ ਹੈਲਥ ਫ੍ਰੀ ਮਿਲ ਰਿਹਾ। ਹੈਲਥ ਫ੍ਰੀ ਤਾਂ ਹੈ ਉੱਥੇ, ਲੇਕਿਨ ਜੇ ਤੁਹਾਡੇ ਉੱਥੇ ਨੌਨ ਹੈਗੇ ਉਹਨਾਂ ਨੂੰ ਪੁੱਛਿਓ ਕਿ ਹੈਲਥ ਵਿੱਚ ਵੇਟਿੰਗ ਟਾਈਮ ਕਿੰਨਾ ਹੈ। ਓਕੇ ਤੁਸੀਂ ਅੱਜ ਐਕਸ-ਰੇ ਕਰਾਉਣ ਜਾਓਗੇ ਉਹਦੀ ਰਿਪੋਰਟ 4 ਦਿਨ ਬਾਅਦ ਆਉਂਦੀ ਹੈ। ਅੱਛਾ ਇਹ ਗੱਲਾਂ ਪਤਾ ਨਹੀਂ ਆਪਾਂ ਕਹਿੰਦੇ ਆ ਹਾਂਜੀ। ਕਿ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਠੀਕ ਹੈ, ਮੈਨੂੰ ਵੀ ਇਹ ਚੀਜ਼ਾਂ ਬਾਅਦ 'ਚ ਪਤਾ ਲੱਗੀਆਂ, ਬਟ ਇਹ ਫੈਕਟ ਹੈ। ਜੇ ਤੁਹਾਨੂੰ ਕੋਈ ਸਪੈਸ਼ਲਾਈਜ਼ ਸਰਜਰੀ ਕਰਵਾਉਣੀ ਹੈ then there is a waiting period over there ਓਕੇ because it's free of cost, no doubt it's totally free of cost, but yes there is a waiting time। ਓਕੇ ਦੁਬਈ 'ਚ ਸਿਸਟਮ ਕੀ ਹੈ, ਤੁਸੀਂ 100 ਕਮਾਉਂਦੇ ਹੋ 100 ਤੁਹਾਡਾ ਹੈ, ਨਾਨ ਟੈਕਸ ਕੋਈ ਟੈਕਸ ਨਹੀਂ ਹੈ, 100 ਤੁਹਾਡਾ ਹੈ। ਉਹਦੇ ਵਿੱਚ ਤੁਸੀਂ 10 ਰੁਪਏ ਦੀ ਆਪਣੀ ਕਰਾਓ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ, ਸਾਰਾ ਕੁਝ ਤੁਹਾਡਾ ਕਵਰ ਹੋ ਗਿਆ। ਠੀਕ ਹੈ, ਮੈਡੀਕਲ ਤੁਹਾਡਾ ਟੋਟਲੀ ਫ੍ਰੀ ਹੋ ਗਿਆ Okay. ਐਂਡ ਵਿਦਆਊਟ ਐਨੀ ਵੇਟਿੰਗ ਔਨ ਪ੍ਰਾਇੋਰਟੀ ਬੇਸਿਸ। 10 ਦੀ ਥਾਂ ਤੁਸੀਂ 20 ਰੁਪਏ ਲਾ ਲਓ ਆਪਣੀ ਐਜੂਕੇਸ਼ਨ ਤੇ, 35% ਪੰਜ ਰੁਪਏ ਬਚਦੇ ਪਏ ਆ। ਬਿਲਕੁਲ ਯਾ ਉਹੀ ਚੀਜ਼ ਹੈ ਮਤਲਬ ਤੁਹਾਨੂੰ ਉਹ ਲੈ ਕੁਝ ਨਹੀਂ ਰਹੇ ਔਰ ਤੁਹਾਨੂੰ ਫੈਸਿਲਿਟੀਜ਼ ਵੀ ਦੇ ਰਹੇ ਦੇ ਨੇ ਰਹੇ ਆ ਔਰ ਪਲੱਸ ਤੁਹਾਡੇ ਤੇ ਛੱਡ ਰਹੇ ਕਿ ਤੁਸੀਂ ਕਿਹੋ ਜਿਹੀ ਫੈਸਿਲਿਟੀ ਲੈਣੀ, ਤੁਸੀਂ ਆਪਣੇ ਹਿਸਾਬ ਨਾਲ ਖਰਚੋ ਤੇ ਲੈ ਲਓ। ਬਿਲਕੁਲ ਨਾਲੇ ਇੰਸ਼ੋਰੈਂਸ ਕੰਪਨੀਆਂ ਵੀ ਅੱਛੀਆਂ ਹੋਣਗੀਆਂ ਉੱਥੇ ਦੀ ਹਾਂ, ਪੂਰੀ ਬਹੁਤ ਪ੍ਰੀਮੀਅਮ ਅੱਛੀ ਕਾਰਡਸ insurance ਹੁੰਦੇ ਹੋਣਗੇ ਕੈਸ਼ਲੈਸ ਸਾਰਾ ਕੁਝ ਸਿਸਟਮ ਹੋਏਗਾ Everything is cashless। We have one single ID ਯਾ that is called our Emirates ID। ਓਕੇ ਉਹਦੇ 'ਚ ਸਭ ਕੁਝ ਲਿੰਕ ਹੈ, ਸੇਮ ਲਾਈਕ ਆਧਾਰ ਕਾਰਡ ਇੰਡੀਆ 'ਚ, ਉੱਥੇ ਸਾਡੀ Emirates ID ਹੈ। ਈਵਨ ਵੀ ਡੋਨਟ ਨੀਡ ਪਾਸਪੋਰਟ ਆਲਸੋ ਫॉर ਟਰੈਵਲਿੰਗ। ਜਦੋਂ ਅਸੀਂ ਜਾ ਰਹੇ ਹਾਂ ਦੁਬਈ ਛੱਡ ਰਹੇ ਹਾਂ ਜਾਂ ਐਂਟਰ ਕਰ ਰਹੇ ਹਾਂ, ਵੀ ਡੋਨਟ ਨੀਡ ਪਾਸਪੋਰਟ। ਓਕੇ ਸਾਡੀ Emirates ID, ਸਾਡੀ ਸਮਾਰਟ ਗੇਟਸ ਬਣੇ ਨੇ, ਆਈ ਸਕੈਨ ਕਰਦੇ ਨੇ ਐਂਡ ਵੀ ਗੋ ਐਂਟਰ दैट ਕੰਟਰੀ। ਸੋ ਦਿਸ ਇਜ਼ ਹਾਊ ਮਤਲਬ ਹੈਲਥ The ਸਿਸਟਮ health system is there। ਹਾਂ ਪੂਰਾ ਤੇ ਪਰਫੈਕਟ ਹੈ ਸਾਰੇ ਡਾਕਟਰਸ ਐਂਡ ਆਲ ਉਹ ਤਾਂ Perfect। ਆਬਵੀਅਸਲੀ ਇਟਸ ਅ developed country we can say when you enter any government hospital over there, yeah government hospital I'm talking about, government hospital, it's like a 5-star hotel yeah and everything is free of cost, If you- everything। और जे ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਵੀ ਹੈ, yeah still you met with some emergency, then also everything is free, ਅੱਛਾ ਬਾਅਦ ਚ you can pay no need to pay all। Yeah। ਬਾਅਦ 'ਚ ਵੀ ਨਹੀਂ pay ਕਰਨਾ, ਅੱਛਾ ਐਮਰਜੈਂਸੀ 'ਚ ਸਭ ਕੁਝ free ਹੈ। ਓਕੇ ਠੀਕ ਹੈ ਜਿਵੇਂ ਇੱਥੇ ਹੁੰਦਾ ਹੈ ਕਿ ਜੇ ਕੋਈ ਹੋਇਆ ਸਰਕਾਰੀ ਲੈ ਜਾਂਦੇ the moment ਤੁਸੀਂ ਐਂਬੂਲੈਂਸ ਨੂੰ ਕਾਲ ਕਰਦੇ ਹੋ ਨਾ ਉੱਥੇ, ਯਾ ਐਂਬੂਲੈਂਸ ਤੁਹਾਨੂੰ ਸਭ ਤੋਂ ਪਹਿਲਾਂ ਪਿਕ ਕਰਕੇ ਤੁਹਾਡੀ ਜਿੱਥੇ ਤੁਸੀਂ Emirates ID ਦਿੰਦੇ ਹੋ ਆਪਣੀ, ਓਕੇ ਉਹ ਸਿਸਟਮ 'ਚ ਪਾਉਂਦੇ ਨੇ, ਉਹ ਦੇਖਦੇ ਨੇ ਕਿ ਬੰਦੇ ਦਾ ਸਟੇਟਸ ਕੀ ਹੈ, ਵੀ ਜੇ ਤਾਂ ਉਹਦੇ ਕੋਲ ਮੈਡੀਕਲ ਇੰਸ਼ੋਰੈਂਸ ਅੱਛੀ ਹੈ ਓਕੇ ਤਾਂ ਉਹਨੂੰ ਅੱਛੇ ਪ੍ਰਾਈਵੇਟ ਹਸਪੀਟਲ 'ਚ, ਤੇ ਜੇ ਉਹਦੇ ਕੋਲ ਮੈਡੀਕਲ ਇੰਸ਼ੋਰੈਂਸ ਨਹੀਂ ਹੈਗੀ, ਐਕਸਪਾਇਰ ਹੋ ਗਈ ਹੈ, ਗਵਰਨਮੈਂਟ ਹਸਪੀਟਲ ਜਿਹੜਾ ਕਿ ਉਹ ਅੱਛੇ ਪ੍ਰਾਈਵੇਟ ਤੋਂ ਵੀ ਵਧੀਆ ਹੈ, ਵਧੀਆ ਬਿਲਕੁਲ ਕਿਉਂਕਿ ਗਵਰਨਮੈਂਟ ਉੱਥੇ ਪੂਰੀ ਹਾਂ। ਨਾਲੇ ਪ੍ਰਾਈਵੇਟ ਨਾਲੋਂ ਸਟਰੋਂਗ ਹੈ ਸਟਰੋਂਗ ਹੈ ਕਿਉਂਕਿ ਇਹਨਾਂ ਕੋਲ ਟੂਰਿਜ਼ਮ ਦਾ ਪੈਸਾ ਆ ਰਿਹਾ ਸੋ ਬਿਲਕੁਲ। ਆਪਣਾ ਪੂਰਾ ਡਿਵੈਲਪ ਕਰ ਰਹੇ ਆ ਬਿਲਕੁਲ। ਐਂਡ ਉੱਥੇ ਲਾਈਕ ਬਿਲਡਿੰਗਸ ਵਗੈਰਾ ਇਨਫਰਾਸਟ੍ਰਕਚਰ ਸਾਰਾ ਉੱਥੇ ਇੰਜੋਇਮੈਂਟ ਦੀ ਪਲੇਸ ਹੋਏਗੀ ਔਰ ਕਿਸੇ ਵੀ ਲੈਵਲ ਦਾ ਟ੍ਰੀਟਮੈਂਟ ਹੋਵੇ ਯਾ ਸਭ ਫ੍ਰੀ ਹੈ ਸਭ ਫ੍ਰੀ ਗਵਰਨਮੈਂਟ ਵਿੱਚ। ਐਂਡ ਅਗੇਨ ਕੁਆਲਿਟੀ ਤਾਂ ਬਹੁਤ ਹੀ ਅੱਛੀ ਹੈ ਉਹਨਾਂ ਦੀ। ਐਂਡ ਜਿਵੇਂ 골ਡ ਦੀ ਵੀ ਗੱਲ ਕਰ ਲਈ ਆਪਾਂ ਕੁਆਲਿਟੀ ਹਾਂਜੀ। ਤੋਂ 골ਡ ਦਾ ਨਾਮ ਆ ਗਿਆ Gold 골ਡ ਦੀ- ਚਰਚੇ 'ਚ ਹੁੰਦਾ ਇੰਡੀਆ ਜਾਂ ਦੁਬਈ ਜਾਣਾ 골ਡ ਲੈ ਕੇ ਆਣਾ ਪੂਰੇ ਏਸ਼ੀਆ ਦਾ ਸਭ ਤੋਂ ਵੱਡੀ ਮਾਰਕੀਟ ਉੱਥੇ ਹੈ ਯਾ 골ਡ ਦੀ। ਆਪਾਂ ਪਹਿਲਾਂ ਵੀ ਡਿਸਕਸ ਕੀਤਾ Yes, ਸੀ yes, yes, ਕਿ yes। ਉੱਥੇ ਸ਼ਟਰਸ ਨਹੀਂ ਹੁੰਦੇ। ਉਸ ਮਾਰਕੀਟ ਤੁਸੀਂ ਨਿਕਲੋਗੇ ਨਾ ਫਰਮ ਵਨ ਵੇ ਟੂ ਅਨਦਰ, ਤੇ ਜਦੋਂ ਤੁਸੀਂ ਖਤਮ ਕਰ ਲਓਗੇ ਮਾਰਕੀਟ, ਯਾ ਨੈਕਸਟ 20 ਤੋਂ 25 ਮਿੰਟ ਲਈ ਤੁਹਾਡੀ ਅੱਖਾਂ ਪੀਲੀਆਂ ਰਹਿਣਗੀਆਂ। ਓਕੇ ਇੰਨਾ 골ਡ ਤੁਹਾਨੂੰ ਮਤਲਬ ਸਭ ਕੁਝ ਪੀਲਾ ਪੀਲਾ ਦਿਖ ਰਿਹਾ ਹੋਵੇਗਾ। ਉੱਥੇ ਮਤਲਬ ਸੂਟ ਨੇ 골ਡ ਦੇ, 골ਡ ਦੇ ਕੱਪੜੇ ਕਿ ਰੀਲਸ ਵਗੈਰਾ 'ਚ ਬਹੁਤ ਆਉਂਦੇ ਤੇ ਕਾਰਸ ਵੀ ਬਣਾਈਆਂ ਹੋਈਆਂ ਸ਼ੇਖਾਂ ਨੇ ਤੱਕ 골ਡ ਹੀ 골ਡ ਆ ਉੱਥੇ 골ਡਨ ਹੈ ਯਾ ਔਰ ਕੁਆਲਿਟੀ ਇਜ਼ ਪਿਓਰ। ਪਿਓਰ ਉੱਥੋਂ ਦੇ 골ਡ ਨੂੰ ਤੁਸੀਂ ਇੱਥੇ ਲੈ ਕੇ ਚੈੱਕ ਕਰਾਓਗੇ ਤਾਂ ਇੱਥੋਂ ਦੇ ਲੋਕਲ ਜੁਐਲਰਸ ਹੈ ਨਾ, ਦੇ ਵਿਲ ਆਲਵੇਸ ਪ੍ਰੈਫਰ ਰੈਡ 골ਡ ਯਾ ਕਿਉਂਕਿ ਪਿਓਰਿਟੀ ਕਾਫੀ ਹੈ ਉੱਧਰ। ਯੈਸ ਐਂਡ 골ਡ ਤੋਂ ਬਾਅਦ ਫਿਰ ਇਲੈਕਟ੍ਰੋਨਿਕਸ, ਤੁਸੀਂ ਅੱਜ ਕੱਲ੍ਹ ਰੀਲਸ ਦੇਖਦੇ ਹੋਗੇ ਇੱਥੇ, ਯੈਸ ਯੈਸ ਨੋ ਡਾਊਟ ਜੋ ਤੁਹਾਨੂੰ ਰੀਲਸ ਵਿੱਚ ਸਾਰਾ ਕੁਝ ਦਿਖ ਰਿਹਾ ਉਹ ਸੱਚ ਨਹੀਂ ਹੈ, ਸੱਚ ਬਿਲਕੁਲ ਬਟ ਰਿਐਲਿਟੀ ਇਹ ਹੈ ਕਿ ਹਾਂ ਉੱਥੇ ਟੈਕਸ ਨਹੀਂ ਹੈ। ਤੁਸੀਂ ਨਵੇਂ ਫੋਨਸ ਦੇਖੋ ਜਾਂ ਇਲੈਕਟ੍ਰੋਨਿਕਸ ਵਿੱਚ ਆਪਣਾ ਕੋਈ ਵੀ ਚੀਜ਼ ਦੇਖੋ, ਡਿਫਰੈਂਸ ਇਜ਼ ਦ ਟੈਕਸ। ਯਾ ਇੱਥੇ ਜਿਹੜੀ ਚੀਜ਼ ਲੱਖ ਦੀ ਹੈ ਉੱਥੇ ਤੁਹਾਨੂੰ 70,000 ਦੀ ਮਿਲ ਜਾਣੀ ਹੈ। ਆਈਫੋਨ ਸਭ ਤੋਂ ਪਹਿਲੇ ਬੰਦਾ ਕਹਿੰਦਾ ਹਾਂ। ਚੱਲ ਆਈਫੋਨ ਵੀ ਲਿਆ ਨੇ ਘੁੰਮ ਵੀ ਘੁੰਮ ਆਉਂਦੇ ਵੀ ਪੰਜਾਬੀ ਦਾ ਬਹੁਤ ਹੈ ਇੱਥੇ ਹਾਂ, ਉਹ ਟ੍ਰੈਂਡ ਬਣ ਇੰਡੀਆ ਗਿਆ। 'ਚ ਪੂਰਾ ਟ੍ਰੈਂਡ ਬਣ ਗਿਆ Trend ਬਣ ਦੈਟਸ ਗਿਆ। ਵਾਈ
ਹਰ ਚੀਜ਼ ਮੈਂ ਜਦੋਂ ਵੀ ਆਣਾ ਮੈਨੂੰ 2-3 ਫੋਨ ਦੇ ਆਰਡਰ ਲੱਗੇ ਹੁੰਦੇ ਸਭ ਦੇ ਬੰਦਾ ਕੋਈ ਉੱਥੇ ਕੋਈ ਗਿਆ ਵੀ ਹੋਏਗਾ, ਕੋਈ ਆਪਾਂ ਹਾਂ। ਇੰਸਟਾ ਤੇ ਦੇਖ ਲਿਆ, ਅਗਲਾ ਮੈਸੇਜ ਕਰਦੇ ਯਾਰ ਦੇਖ ਹਾਂ। ਆਈ ਵਿਲ ਪੇ ਫॉर ਯੂ। Correct. ਇਹ ਚੀਜ਼ ਹੈ। ਐਂਡ ਦੈਨ ਦੇਰ ਇਜ਼ ਅ ਪਿਓਰਿਟੀ ਇਸ਼ੂਜ਼ ਆਲਸੋ, ਲਾਈਕ ਉੱਥੋਂ ਦੀ ਚੀਜ਼ ਲਿੱਤੀ ਸਾਨੂੰ ਇੰਨੀ ਗਾਰੰਟੀ ਹੈ ਕਿ ਹਾਂ ਓਰੀਜਨਲ ਹੈ, Yes. ਚਾਹੇ ਆਪਾਂ ਆਨਲਾਈਨ ਕਿਉਂ ਨਹੀਂ ਮੰਗਾ ਰਹੇ। Yeah. ਇੱਥੇ ਆਪਾਂ ਕਈ ਵਾਰੀ Amazon ਵਗੈਰਾ ਤੋਂ ਆਨਲਾਈਨ ਚੀਜ਼ ਮੰਗਾ ਲੈਂਦੇ ਹਾਂ, ਬਟ ਵੀ ਨੈਵਰ ਨੋ ਇਟਸ ਕਮਿੰਗ ਫਰਮ ਦ ਟਰਸਟਵਰਦੀ ਸੋਰਸ অর ਨਾਟ। Yeah, ਬਿਲਕੁਲ। ਤੇ ਉਹ ਚੀਜ਼ਾਂ ਕਾਫੀ ਸਟ੍ਰਿਕਟ ਨੇ ਉੱਥੇ। ਵੀ ਕੈਨੋਟ, ਅਗਰ ਆਪਾਂ ਕੋਈ ਚੀਜ਼ ਮੈਂਸ਼ਨ ਕਰਤੀ ਬੀਇੰਗ ਅ ਕੰਪਨੀ ਓਨਰ ਆਲਸੋ, ਇਫ ਮੇਰੀ ਕੰਪਨੀ ਦੇ ਲੈਟਰ ਹੈਡ ਤੇ ਕੋਟੇਸ਼ਨ ਤੇ ਵੀ ਕੋਈ ਚੀਜ਼ ਮੈਂਸ਼ਨ ਹੈ ਨਾ, Yeah. I am liable to supply that thing original, Okay. and I am liable to take care of that thing even after sales also. Okay. Yeah. मैं चार्ज कर सकता अपनी सर्विस लिए, Hmm. but I cannot say no. That's a ਇਹ main rules point. ਨੇ। Main point. ਹਾਂ, ਇਹ ਨਹੀਂ ਕਿ ਆਪਾਂ ਚੀਜ਼ ਵੇਚੀ ਕੱਲ ਨੂੰ ਕਹੋ ਜੀ ਕੰਪਨੀ ਹੈ ਨਹੀਂ ਅਸੀਂ ਨਹੀਂ ਡੀਲ ਕਰਦੇ। No, you have to It's- serve you have after to the serve. At least for 10 years. 10 years. Yeah, ਉਹ ਤਾਂ ਕਰੋ ਹੀ ਫਿਰ। ਬਟ ਇੱਕ ਹੁਣ ਤੁਸੀਂ ਲਾਈਕ ਯੂ ਆਰ ਡੂਇੰਗ ਅ ਜੌਬ ਦੈਨ ਬਿਜ਼ਨਸ, ਸੋ ਮੇਨ ਫੈਕਟਰ ਰਹਿੰਦਾ ਕਿ ਕਿਸੇ ਨੇ ਬਿਜ਼ਨਸ ਕਰਨਾ, ਹਾਊ ਟੂ ਕਨਵਿੰਸ ਪੇਰੈਂਟਸ ਮੇਨ ਹੈ। ਤੁਸੀਂ ਦੱਸਿਆ ਸਰਵਿਸ ਬੈਕਗ੍ਰਾਉਂਡ ਸੀ, ਹਾਂ। ਕਿਵੇਂ ਯਾਰ ਕਰਦੇ ਹੁੰਦੇ ਕਿ ਨਹੀਂ ਯਾਰ ਬਿਜ਼ਨਸ ਕੀ ਕਿਵੇਂ ਹਾਊ ਟੂ ਕਨਵਿੰਸ ਪੇਰੈਂਟਸ। ਦੇਖੋ ਪੇਰੈਂਟਸ ਜਿਹੜੇ ਨਾ ਆਪਣੇ ਤੋਂ ਜ਼ਿਆਦਾ ਸਮਝਦਾਰ ਹੁੰਦੇ ਨੇ, Exactly. ਤਾਂ ਹੀ ਆਪਾਂ ਨੂੰ ਕਨਵਿੰਸ ਕਰਨਾ ਪੈਂਦਾ ਉਹਨਾਂ ਨੂੰ। ਯਾ ਆਪਣੇ ਤੋਂ ਜ਼ਿਆਦਾ ਸਮਝਦਾਰ ਵੀ ਹੁੰਦੇ ਨੇ, ਆਪਣੇ ਤੋਂ ਜ਼ਿਆਦਾ ਰਿਸਕ ਕਾਊਂਟ ਕਰਨ ਵਾਲੇ ਵੀ ਹੁੰਦੇ ਨੇ। ਵੀ ਆਪਾਂ ਨੂੰ ਜਿਹੜਾ ਸੋਚਦੇ ਕਿ ਆਹ ਚੀਜ਼ ਰਿਸਕ ਹੈਗਾ, ਉਹਨਾਂ ਨੂੰ ਜ਼ਿਆਦਾ ਦਿਖਦਾ ਹੈ ਐਂਡ ਦੇ ਆਰ ਮੋਰ ਵਰੀਡ ਅਬਾਊਟ ਅਸ। ਬਿਲਕੁਲ। ਯਾ ਤੇ ਉਸ ਚੀਜ਼ ਨੂੰ ਪੇਰੈਂਟਸ ਨੋਟ ਕਰਦੇ ਨੇ, ਪੇਰੈਂਟਸ ਦੱਸਦੇ ਨਹੀਂ ਹੁੰਦੇ ਕਦੀ ਵੀ ਤੁਹਾਡੀ ਲਾਈਫ ਕਿਵੇਂ ਚੱਲ ਰਹੀ ਹੈ, ਕਿਵੇਂ ਤੁਸੀਂ ਜੌਬ ਵੀ ਕਰ ਰਹੇ ਹੋ। ਜਿਵੇਂ ਮੈਂ 5 ਸਾਲ ਜੌਬ ਕੀਤੀ ਨਾ, ਮੇਰੀ 5 ਸਾਲ ਜੌਬ ਵਿੱਚ ਵੀ ਮੇਰੇ ਪੇਰੈਂਟਸ ਨੇ ਮੈਨੂੰ ਨੋਟ ਕੀਤਾ ਹੈ ਕਿ ਮੈਂ ਕਿਵੇਂ ਜੌਬ ਕਰ ਰਿਹਾ, ਕੀ ਕਰ ਰਿਹਾ, ਮੇਰੇ ਨਾਲ ਦੇ ਕਿੱਥੇ ਨੇ ਤੇ ਮੈਂ ਕਿੱਥੇ ਹਾਂ। ਯਾ ਠੀਕ ਹੈ, ਉਹ ਚੀਜ਼ਾਂ ਪੇਰੈਂਟਸ ਦੇਖਦੇ ਰਹਿੰਦੇ ਨੇ। ਕਈ ਵਾਰੀ ਮੈਨੂੰ ਉਹਨਾਂ ਨੇ ਕਿਹਾ ਵੀ ਹੈ ਕਿ ਤੂੰ ਵੀ ਜੰਪ ਕਰ ਐਂਡ ਅੱਗੇ ਨਿਕਲ, ਵੀ ਫਲਾਣਾ ਅੱਗੇ ਚਲਾ ਗਿਆ ਤੂੰ ਇੱਥੇ ਹੀ ਹੈ। ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਕਿ ਮੈਂ ਕੋਈ ਹੋਰ ਤਿਆਰੀ ਕਰ ਰਿਹਾ, ਮੈਂ ਆਪਣੇ ਆਪ ਦੀ ਤਿਆਰੀ ਕਰ ਰਿਹਾ ਪੱਕੀ ਵਾਲੀ, ਕਿ ਮੈਂ ਜਿਵੇਂ ਗਲੇਲ ਨੂੰ ਪਿੱਛੇ ਖਿੱਚੀਦਾ ਨਾ, ਜ਼ਿਆਦਾ ਖਿੱਚਣਾ ਨਹੀਂ ਕਿ ਜ਼ਿਆਦਾ ਪਿੱਛੇ ਖਿੱਚ ਰਹੇ ਸੀ। ਮੈਂ ਜ਼ਿਆਦਾ ਪਿੱਛੇ ਖਿੱਚ ਰਿਹਾ ਸੀ। ਤੇ ਪਲਾਨ ਮੇਰਾ ਸਾਲ 1.5 ਸਾਲ ਤੋਂ ਬਾਅਦ ਕਲੀਅਰ ਹੋ ਗਿਆ ਸੀ ਕਿ ਜੌਬ ਤਾਂ ਨਹੀਂ ਕਰਨੀ। ਓਕੇ। ਬਟ ਉਸ ਚੀਜ਼ ਨੂੰ ਐਗਜ਼ੀਕਿਊਸ਼ਨ ਕਰਦੇ ਕਰਦੇ ਵੀ ਮੈਨੂੰ 4 ਸਾਲ ਲੱਗ 4 ਗਏ। ਸਾਲ ਲੱਗੇ। ਬਿਲਕੁਲ। ਉਹਦੇ ਵਿੱਚ ਫਿਰ ਕਨਵਿੰਸਿੰਗ ਵੀ ਨਾਲ ਨਾਲ ਹੀ ਸੀ। ਜਦੋਂ ਪੇਰੈਂਟਸ ਨੇ ਦੇਖਿਆ ਕਿ ਸਟੇਬਿਲਿਟੀ ਤਾਂ ਹੈ, ਜੌਬ ਤਾਂ ਮੇਰੇ ਕੋਈ ਕੱਢ ਵੀ ਨਹੀਂ ਸਕਦਾ, ਯਾ ਕਿਉਂਕਿ ਮੈਂ ਕੰਮ ਇੰਨਾ ਅੱਛਾ ਕਰ ਰਿਹਾ ਕਿ ਕੰਪਨੀ ਮੇਰੇ ਤੇ ਰਿਲਾਈ ਕਰ ਰਹੀ ਹੈ। ਬਿਲਕੁਲ। ਯਾ ਬਟ ਗਰੋਥ ਨਹੀਂ ਹੈ। ਇੱਕ EMPLOYE ਦੀ ਗਰੋਥ ਤੁਹਾਨੂੰ ਪਤਾ ਹੀ ਹੈ 10 ਤੋਂ 15% ਹੋਏਗੀ ਇੱਕ ਸਾਲ ਦੀ। ਜੇ ਲੱਖ ਹੈ ਤੇ ਤਾਂ ਜਦੋਂ ਓਲਡ ਹੋ ਜਾਏਗਾ ਤਾਂ ਜਾ ਕੇ ਸ਼ਾਇਦ ਹੀ 4 ਲੱਖ 5 ਲੱਖ ਕਮਾ ਪਾਏ। ਹਾਂ। ਬਟ ਇਨ ਦ ਬਿਜ਼ਨਸ ਯੂ ਕੈਨ ਅਰਨ ਇਨ ਸੀਆਰਸ ਆਲਸੋ। ਐਂਡ ਬਾਕੀ ਤੁਹਾਨੂੰ ਪਤਾ ਹੀ ਹੈ ਕੰਪਨੀਆਂ ਹਮੇਸ਼ਾ ਆਪਣਾ ਫਾਇਦਾ ਸੋਚਦੀਆਂ ਨੇ, ਯਾ ਬਿਲਕੁਲ। EMPLOYEES ਦਾ ਬਾਅਦ ਸੋਚਦੀਆਂ ਨੇ। ਬਿਲਕੁਲ। ਤੇ ਉਹ ਚੀਜ਼ਾਂ ਸਾਰੀਆਂ ਪੇਰੈਂਟਸ ਨੋਟ ਕਰ ਰਹੇ ਸੀ। ਐਂਡ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣ ਚੇਂਜ ਕਰਨਾ ਆਪਣੇ ਆਪ ਨੂੰ, ਮੈਂ ਬਿਜ਼ਨਸ ਹੀ ਕਰਨਾ ਹੈ ਐਂਡ ਆਈ ਕੈਨ ਡੂ, ਮੈਂ ਉਹਨਾਂ ਨੂੰ ਪ੍ਰੂਫ ਕੀਤਾ ਕਿ ਆਈ ਕੈਨ ਡੂ ਬਿਜ਼ਨਸ। ਯਾ ਉਹਨਾਂ ਨੇ ਦੇਖਿਆ ਮੇਰੇ ਕਲਾਇੰਟਸ ਦੇ ਨਾਲ ਰਿਲੇਸ਼ਨਸ਼ਿਪ ਬਹੁਤ ਅੱਛੇ ਨੇ, ਕਲਾਇੰਟਸ ਮੇਰੇ ਨਾਲ ਨੇ, ਮੇਰੀ ਕੰਪਨੀ ਨਾਲ ਨਹੀਂ ਹੈ, ਮੇਰੇ ਕਰਕੇ ਉਹ ਕੰਪਨੀ ਕੋਲ ਨੇ। ਉਹ ਚੀਜ਼ ਦੇਖਣ 'ਚ ਕਾਫੀ ਕਨਵਿੰਸ ਹੋਏ। ਉਹਨਾਂ ਨੇ ਕਿਹਾ ਕਿ ਠੀਕ ਹੈ 1 ਸਾਲ ਲੈ ਲੈ। ਚਲੋ ਬਿਲਕੁਲ। ਤੁਹਾਨੂੰ ਇਹ ਤਾਂ ਟਰਸਟ ਸੀਗਾ ਕਿ ਜੇ ਹਾਂ। ਫੇਲ ਵੀ ਹੋ ਗਏ ਤਾਂ ਵੀ ਹਾਂ। ਬੈਕ ਟੂ ਦ ਕੰਪਨੀ ਜਾ ਸਕਦੇ ਆ। ਤੇ ਮੈਂ ਗੱਲ ਕਰ ਰਿਹਾ ਜਦ ਮੈਂ 26 ਜਾਂ 27 ਸਾਲ ਦਾ ਸੀ, Yeah. ਉਸ ਟਾਈਮ ਤੇ ਮੈਂ ਰਿਸਕ ਲਿੱਤਾ ਹੈ। ਔਰ ਮੈਂ ਕਹਿੰਦਾ ਕਿ 30 ਸਾਲ ਤੋਂ ਪਹਿਲਾਂ ਬੰਦਾ ਲਾਈਫ ਤੇ ਕੋਈ ਵੀ ਰਿਸਕ ਲੈ ਸਕਦਾ ਹੈ। ਸੋ 30 ਆਪਾਂ ਥ੍ਰੈਸ਼ਹੋਲਡ ਮੰਨ ਕੇ ਚੱਲੀਏ। ਹਾਂ, ਥ੍ਰੈਸ਼ਹੋਲਡ 30 ਰੱਖੋ ਅੱਜ ਦੇ ਹਿਸਾਬ ਨਾਲ। ਅੱਜ ਦੇ ਹਿਸਾਬ ਨਾਲ ਬਿਲਕੁਲ। 22-23 ਸਾਲ 'ਚ ਤੁਸੀਂ ਬੀਟੈਕ ਕਲੀਅਰ ਕਰ ਲੈਂਦੇ ਹੋ, 3-4 ਸਾਲ ਤਾਂ ਤੁਸੀਂ ਜੌਬ ਤੇ ਦੋ ਹੀ ਦਿਓ Yeah. ਤਾਂ ਕਿ ਤੁਹਾਨੂੰ ਜੌਬ ਔਰ ਬਿਜ਼ਨਸ ਜਾਂ ਜੋ ਵੀ ਹੈ ਕੰਮ ਕਰਨਾ ਆਵੇ ਤੁਹਾਨੂੰ। ਉਸ ਤੋਂ ਬਾਅਦ ਤੁਸੀਂ ਐਕਸਪੈਰੀਮੈਂਟ ਕਰੋ। ਜੇ ਲਾਈਫ 'ਚ ਤੁਸੀਂ ਕਰਨਾ ਚਾਹੁੰਦੇ ਹੋ ਐਕਸਪੈਰੀਮੈਂਟ, 2-3 ਸਾਲ ਐਕਸਪੈਰੀਮੈਂਟ ਕਰੋ, ਇਹਨਾਂ ਨੂੰ ਦੋ। 30 ਤੋਂ ਬਾਅਦ ਤੁਸੀਂ ਜਿੱਥੇ ਹੈਗੇ ਹੋ ਉੱਧਰਲੇ ਪਾਸੇ ਜ਼ੋਰ ਲਾਓ ਫਿਰ। That's how I convinced my parents. ਥੋੜਾ ਜਿਹਾ ਕੈਪੀਟਲ ਵੀ ਗੇਨ ਕਰ ਲਿਆ ਹੋਣਾ ਇਨ ਦ ਜੌਬ ਫॉर ਦ ਹਾਂ, ਜੌਬ। exactly. ਮੇਨ ਤਾਂ ਹੁੰਦਾ ਨਾ ਘਰਦਿਆਂ ਤੋਂ ਪੈਸੇ ਲੈਣੇ ਤੇ ਆਪਣਾ 5 ਇਅਰਸ ਬੰਦਾ ਥੋੜਾ ਬਹੁਤਾ ਜੋੜ ਲੈਂਦਾ। ਜੇ ਉਹਨੂੰ ਬਿਲਕੁਲ। ਮਾਈਂਡ ਪ੍ਰੀਪੇਅਰ ਹੈ ਕਿ ਆਪ ਟੂ ਓਪਨ ਦ ਬਿਜ਼ਨਸ, ਖਰਚੇ ਘਟਾ ਲੈਂਦਾ ਅਗਲਾ। ਕਿਉਂਕਿ ਤੁਸੀਂ ਬਿਜ਼ਨਸ ਵਿੱਚ ਇਹ ਮੰਨ ਕੇ ਚੱਲੋ ਕਿ ਤੁਹਾਨੂੰ 6 ਮਹੀਨੇ ਦੇ ਐਕਸਪੈਂਸਿਸ ਤੁਹਾਡੇ ਕਵਰ ਹੋਣੇ ਚਾਹੀਦੇ ਪਹਿਲਾਂ ਹੀ। ਯਾ ਐਟਲੀਸਟ 6 6 ਮੰਥਸ ਮੰਥਸ ਬਿਲਕੁਲ ਮੰਗਦਾ ਹੈ ਕੋਈ ਵੀ ਬਿਜ਼ਨਸ ਖੋਲੋ। ਡੋਂਟ ਐਕਸਪੈਕਟ ਐਨੀਥਿੰਗ ਇਨ 6 ਮੰਥਸ ਯੂ ਵਿਲ ਗੈਟ ਬੈਕ। ਤੋ ਇੰਨੀ ਕਿ ਤੁਸੀਂ ਕਮਾ ਕੇ ਆਪਣੀ ਸੇਵਿੰਗ ਕਰੋ ਕਿ 6 ਮਹੀਨੇ ਤੱਕ ਤੁਹਾਨੂੰ ਲੋਡ ਨਾ ਪਵੇ। ਯੈਸ। ਐਂਡ ਦੈਨ ਈਵਨ ਆਲਸੋ ਜਿਹੜੀ ਇਨਵੈਸਟਮੈਂਟ ਤੁਹਾਡੇ ਬਿਜ਼ਨਸ 'ਚ ਲੱਗਣੀ ਹੈ ਯਾ ਉਹ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਕੈਪੀਟਲ। ਐਂਡ ਡੋਂਟ ਡਿਪੈਂਡ ਔਨ ਯੂਰ ਪੇਰੈਂਟਸ। ਆਪ ਕਰੋ ਤਾਂ ਪੇਰੈਂਟਸ ਨੂੰ ਹੋਰ ਕੌਨਫੀਡੈਂਸ ਆਏਗਾ Yes. ਉਸ ਚੀਜ਼ ਤੇ ਕਿ ਉਹ ਤੁਸੀਂ ਇਹ ਆਪ ਕਰ ਰਹੇ ਹੋ। ਮਤਲਬ ਜਿਹੜੇ ਸੋਚਦੇ ਕਿ ਜੌਬ ਕਰਕੇ ਕੀ ਕਰਨਾ ਹੈ, ਹਾਂ। ਬਟ ਨੋ ਦੈਟਸ ਅ ਰੋਂਗ ਥਿੰਕਿੰਗ। ਐਗਜ਼ੈਕਟਲੀ। ਜੌਬ ਜੋ ਸਿਖਾਉਂਦੀ ਹੈ ਉਹ ਬਿਜ਼ਨਸ ਬਾਅਦ ਚ ਕਰ ਲਓ। ਹਾਂ, ਯਾ ਕਈ ਵਾਰੀ ਇਦਾਂ ਹੁੰਦਾ ਕਿ ਬੀਟੈਕ ਕਰਦੇ ਚਲੋ ਪੇਰੈਂਟਸ ਕੋਲ ਪੈਸਾ ਹੈ ਕਾਫੀ ਹੈ ਤੇ ਚਲੋ ਉਹ ਲਗਾ ਦਿੰਦੇ ਵੀ Yeah, ਚਲੋ ਉਹ ਬਿਜ਼ਨਸ ਚੀਜ਼ ਕਰ ਲਓ।
that is separate topic. ਫੇਲਿਅਰ ਦੇ ਵੀ ਉਹਦੇ ਚਾਂਸਸ ਵੱਧ ਜਾਂਦੇ ਆ chances ਵੱਧਦੇ ਵੀ ਨੇ ਹਾਂ ਵਾਂਸ ਯਾਰ ਲਾਤਾ ਹਾਂ। ਕਰੋੜ ਲਾਤਾ ਪੇਰੈਂਟਸ ਨੇ ਉਸ ਤੋਂ ਹਾਂ। ਬਾਅਦ ਤੁਹਾਨੂੰ ਕੁਝ ਪਤਾ ਹੀ ਨਹੀਂ ਹਾਂ। ਉਹ ਥੋੜੀ ਕਿ ਸਿੱਧਾ ਜਾ ਕੇ ਤੁਸੀਂ ਬਹਿ ਜਾਣਾ ਨਹੀਂ ਇਟਸ ਨਾਟ ਈਜ਼ੀ ਇਟਸ ਨਾਟ ਲਾਈਕ ਈਜ਼ੀ ਇਟਸ ਨਾਟ ਈਜ਼ੀ ਐਂਡ ਤੁਸੀਂ ਤੁਹਾਨੂੰ ਇਦਾਂ ਕਰੋਗੇ ਨਾ ਮੈਂ ਕਈ ਐਗਜ਼ਾਮਪਲਸ ਦੇਖੇ ਨੇ ਉੱਥੇ ਵੀ ਸਾਡੀ ਕਾਫੀ ਵੱਡੀ ਵੱਡੀ ਫਰਮਸ ਤੇ ਮੈਂ ਦੇਖੇ ਆ ਜਿਹੜੇ ਐਮਡੀਜ਼ ਨੇ ਉਹ ਆਪਣੇ ਬੱਚਿਆਂ ਨੂੰ ਪਹਿਲਾਂ ਆਪਣੇ ਜੌਬ ਕਰਵਾਉਂਦੇ ਨੇ ਉੱਥੇ ਯਾ ਪੈਰਲਲ ਦੂਸਰੀ ਕੰਪਨੀਆਂ ਵਿੱਚ ਯੈਸ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਲੈਂਦੇ ਨੇ ਉਹ ਆਪਣੇ ਸਿੱਧਾ ਆਪਣੇ ਸੀਈਓ ਬਣਾਉਂਦੇ ਆਪਣੇ ਕੰਪਨੀ 'ਚ ਬੋਰਡ ਮੈਂਬਰ ਡਾਇਰੈਕਟਲੀ ਨਹੀਂ ਬਣਾਉਂਦੇ ਉਹ ਫਿਰ ਲੰਬੇ ਵੀ ਚੱਲਦੇ ਆ ਯਾ ਨੈਕਸਟ ਲੈਵਲ ਤੱਕ ਲੈ ਕੇ ਜਾਣਗੇ ਤੁਹਾਨੂੰ ਬਸ ਠੀਕ ਹੈ ਸਰ ਬਹੁਤ ਵਧੀਆ ਲੱਗ ਰਿਹਾ ਲਾਈਕ ਜਿਹੜੇ ਪੂਰੇ ਬਿਜ਼ਨਸਮੈਨ ਨੇ ਉਹ ਤਾਂ ਪੂਰਾ ਜਿਨ੍ਹਾਂ ਨੇ ਬਣਨਾ ਹੈ ਹਾਂ ਉਹਦਾ ਪੂਰਾ ਇਹ ਸੈਸ਼ਨ ਇੰਜੋਏ ਕਰ ਰਹੇ ਹੋਣਗੇ ਤੇ ਜਾਂਦੇ ਜਾਂਦੇ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਮੈਸੇਜ ਐਂਡ ਮੈਸੇਜ ਯੂ ਵਾਂਟ ਟੂ ਗਿਵ ਟੂ ਦ ਸਟੂਡੈਂਟਸ ਸਾਰਿਆਂ ਨੂੰ ਸਰ ਮੈਸੇਜ ਮੈਂ ਸਾਰਿਆਂ ਨੂੰ ਇਹੀ ਦੇਣਾ ਚਾਹੂੰਗਾ ਕਿ ਜੋ ਤੁਸੀਂ ਸੋਚਿਆ ਲਾਈਫ 'ਚ ਤੁਸੀਂ ਬਣਨਾ ਹੈ ਜੇ ਉਹਦੇ ਬਾਰੇ ਤੁਸੀਂ ਆਪਣੇ ਅੰਦਰ ਅੱਗ ਰੱਖੋਗੇ ਫਾਇਰ ਰੱਖੋਗੇ ਯਾ ਤਾਂ ਤੁਸੀਂ ਬਣ ਜਾਓਗੇ ਔਰ ਹਰਡਲਸ ਨੂੰ ਚੈਲੰਜ ਸਮਝੋ ਇਹ ਨਾ ਸੋਚੋ ਕਿ ਤੁਹਾਨੂੰ ਪੁਸ਼ ਕਰ ਰਿਹਾ ਕੋਈ ਰੋਕ ਰਿਹਾ ਔਰ ਤੁਹਾਡੇ ਫਰੈਂਡ ਸਰਕਲ ਵਿੱਚ ਜਾਂ ਤੁਹਾਡੇ ਰਿਲੇਟਿਵਸ ਵਿੱਚ ਜਾਂ ਤੁਹਾਡੇ ਆਸ-ਪਾਸ ਜਿਹੜਾ ਵੀ ਤੁਹਾਡਾ ਸਰਕਲ ਹੈ ਜਿਹੜਾ ਤੁਹਾਡੇ ਉਸ ਗੋਲ ਦੇ ਨਾਲ ਤੁਹਾਡੀ ਸਪੋਰਟ ਕਰ ਰਿਹਾ ਹੈ ਉਹਨੂੰ Yes. ਨਾਲ ਰੱਖੋ ਜਿਹੜਾ ਤੁਹਾਨੂੰ ਪਿੱਛੇ ਖਿੱਚ ਰਿਹਾ ਹੈ ਉਹਨੂੰ ਥੋੜਾ ਅਵੋਇਡ ਕਰੋ ਠੀਕ ਹੈ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਹਾਨੂੰ ਪੋਜ਼ਿਟਿਵ ਕੌਣ ਦੇ ਰਿਹਾ ਪੋਜ਼ਿਟਿਵਿਟੀ ਕੌਣ ਦੇ ਰਿਹਾ ਨੈਗੇਟਿਵਿਟੀ ਕੌਣ ਦੇ ਰਿਹਾ ਬਿਲਕੁਲ ਯਾ ਠੀਕ ਹੈ ਇਹੀ ਮੇਰਾ ਮੈਸੇਜ ਹੈ ਸਾਰੇ ਸਟੂਡੈਂਟਸ ਨੂੰ ਐਂਡ ਦਿਲ ਨਾ ਛੱਡੋ ਹਰ ਕੰਮ ਲਈ ਟਾਈਮ ਹੁੰਦਾ ਹੈ ਔਰ ਪੇਸ਼ੈਂਸ ਬਹੁਤ ਜ਼ਰੂਰੀ ਹੈ ਪੇਸ਼ੈਂਸ ਯੈਸ ਮੇਨ ਕੀ ਪੇਸ਼ੈਂਸ ਬਹੁਤ ਜ਼ਰੂਰੀ ਹੈ ਯਾ ਸੋ ਇਹ 골ਡਨ ਵਰਡਸ ਨਾਲ ਆਪਾਂ ਐਂਡ ਕਰਦੇ ਹਾਂ ਆਪਣੀ ਅੱਜ ਦੀ ਟਾਕ ਤੁਹਾਨੂੰ ਬਹੁਤ ਹੀ ਵਧੀਆ ਲੱਗੀ ਹੋਏਗੀ ਐਂਡ ਸੋ ਇਹ ਸਨ ਕੁਵਰਪਾਲ ਸਿੰਘ ਜੀ ਸੁਣਦੇ ਰਹੋ 90.8 ਮੈਗਾਹਰਟਜ਼ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਧੰਨਵਾਦ